ਗੁਰੂ ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਸਿਮਰੋ ਅੰਗਦ ਦੁਖ ਨਿਕੰਦਨ। ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ। ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਨਾਸ਼ਕ। ਸ਼੍ਰੀ ਹਰਗੋਬਿੰਦ ਸੁਮਤ ਪਰਗਾਸਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਬੰਦੋ ਬਾਰ ਬਾਰ ਜਗ ਏਕ ਓੰਕਾਰ ਸਤਿਗੁਰੂ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਨਾਸਨ ਸੋਏ। ਦੋਹਰਾ। ਅਬ ਅਜੀਤ ਸਿੰਘ ਕੀ ਕਥਾ ਸੁਨ ਸ਼੍ਰੋਤਾ ਸਬਦਾਨ। ਬਾਲਕ ਮਾਤਾ ਸੁੰਦਰੀ ਬਾਲਕ ਤੀ ਜਵਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਬੰਦਾ ਸਿੰਘ ਬਹਾਦਰ ਜੀ ਦੇ ਜੰਗਾਂ ਦੀ ਵਿਚਾਰ ਸਰਵਣ ਕਰ ਰਹੇ ਸੀ। ਜਦੋਂ ਉਹਨਾਂ ਨੂੰ ਚੱਪੜਚਿੜੀ ਦੇ ਮੈਦਾਨ 'ਚੋਂ 200 ਸਿੰਘਾਂ ਦੇ ਸਮੇਤ ਗ੍ਰਿਫਤਾਰ ਕਰ ਲਿਆ ਅਤੇ ਲਾਹੌਰ ਲੈ ਗਏ। ਉਸ ਤੋਂ ਬਾਅਦ ਉਹਨਾਂ ਨੂੰ ਦਿੱਲੀ ਲੈ ਕੇ ਜਾਂਦੇ ਆ। ਕਿਸ ਤਰ੍ਹਾਂ ਉਹਨਾਂ ਸਿੰਘਾਂ ਦੀਆਂ ਸ਼ਹੀਦੀਆਂ ਹੁੰਦੀਆਂ ਇਹ ਵਿਚਾਰਾਂ ਅੱਗੇ ਆਉਣਗੀਆਂ। ਇੱਥੇ ਭਾਈ ਸਾਹਿਬ ਜੀ ਕਥਾ ਆਰੰਭ ਕਰਦੇ ਆ। ਜੋ ਮਾਤਾ ਸੁੰਦਰ ਕੌਰ ਜੀ ਨੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੁਕਮ ਨਾਲ ਇੱਕ ਬੱਚਾ ਰੱਖਿਆ ਸੀ। ਜਿਸ ਵੇਲੇ ਦਿੱਲੀ ਦੀ ਸੰਗਤ ਨੇ ਬੇਨਤੀ ਕੀਤੀ ਸੀ, ਪਾਤਸ਼ਾਹ ਮੈਂ ਤੁਹਾਡੇ ਬਿਨਾਂ ਰਹਿ ਨਹੀਂ ਸਕਦੀ। ਪਾਤਸ਼ਾਹ ਕਹਿਣ ਲੱਗੇ ਕੋਈ ਗੱਲ ਨਹੀਂ, ਸੰਗਤ ਤੁਹਾਡੇ ਨਾਲ ਹੈ, ਤੁਸੀਂ ਬਾਣੀ ਪੜ੍ਹੋ, ਬਾਣੀ ਨਾਲ ਚਿੱਤ ਲਾਓ। ਤਾਂ ਉੱਥੇ ਖੱਤਰੀਆਂ ਦਾ ਇੱਕ ਬੱਚਾ ਹੈ ਬੜਾ ਸੁੰਦਰ, ਔਰ ਮਾਤਾ ਜੀ ਉਸ ਬੱਚੇ ਨੂੰ ਆਪਣੇ ਸਾਹਿਬਜ਼ਾਦੇ ਅਜੀਤ ਸਿੰਘ ਵਰਗਾ ਜਾਣ ਕੇ ਬੇਨਤੀ ਕਰਦੇ ਹੈ ਕਿ ਇਹ ਬੱਚਾ ਜਿਹੜਾ ਹੈ ਇਹ ਮੈਨੂੰ ਦਵਾ ਦਿਓ, ਮੈਂ ਇਸ ਬੱਚੇ ਨਾਲ ਜੀ ਲਾ ਲਵਾਂਗੀ। ਭਾਵੇਂ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਕਿਹਾ ਸੀ ਕਿ ਸੁੰਦਰੀ ਤੁਸੀਂ ਇਸ ਮੋਹ ਜਾਲ ਵਿੱਚ ਨਾ ਫਸੋ, ਚੰਗਾ ਹੈ ਬਾਣੀ ਨਾਲ ਚਿੱਤ ਲਾਓ। ਪਰ ਮਾਤਾ ਜੀ ਦੇ ਬਹੁਤ ਕਹਿਣ 'ਤੇ ਉਹਨਾਂ ਸਿੱਖਾਂ ਨੇ ਵੀ ਉਹ ਬੱਚਾ ਜਿਹੜਾ ਹੈ ਦੇ ਦਿੱਤਾ ਹੈ। ਮਾਤਾ ਸੁੰਦਰ ਕੌਰ ਜੀ ਉਹਨੂੰ ਪਾਲਣ ਪੋਸ਼ਣ ਕਰਨ ਲੱਗੇ, ਉਹਦੇ ਨਾਲ ਚਿੱਤ ਲਾ ਲਿਆ, ਮੋਹ ਪੈ ਗਿਆ ਉਸ ਬੱਚੇ ਦੇ ਵਿੱਚ। ਚਲਦਿਆਂ ਚਲਦਿਆਂ ਉਹ ਬੱਚਾ ਜਿਹੜਾ ਹੈ ਵੱਡਾ ਹੋਇਆ ਅਤੇ ਮਾਤਾ ਨੇ ਉਸ ਦਾ ਨਾਮ ਵੀ ਅਜੀਤ ਸਿੰਘ ਰੱਖ ਲਿਆ ਸੀ। ਭਾਵ ਇਹ ਗੋਦ ਲਿਆ ਹੋਇਆ ਬੱਚਾ ਹੈ। ਸਾਹਿਬਜ਼ਾਦਾ ਅਜੀਤ ਸਿੰਘ ਜੋ 10ਵੇਂ ਪਾਤਸ਼ਾਹ ਜੀ ਦਾ ਵੱਡਾ ਸਾਹਿਬਜ਼ਾਦਾ ਹੈ,
ਉਹ ਮਾਤਾ ਸੁੰਦਰੀ ਜੀ ਦਾ ਇੱਕ ਪੁੱਤਰ ਸੀ। ਬਾਕੀ 3 ਪੁੱਤਰ ਜਿਹੜੇ ਹਨ, 3 ਸਾਹਿਬਜ਼ਾਦੇ ਮਾਤਾ ਜੀਤੋ ਜੀ ਦੇ ਹਨ। ਤੋ ਇਸ ਤਰ੍ਹਾਂ ਉਹ ਸ਼ਹੀਦੀਆਂ ਪਿੱਛੇ ਆਪਾਂ ਸਰਵਣ ਕੀਤੀਆਂ। ਇਹ ਮਾਤਾ ਜੀ ਦਾ ਗੋਦ ਲਿਆ ਹੋਇਆ ਪਾਲਕ ਪੁੱਤਰ ਹੈ। ਔਰ ਇੱਥੋਂ ਇਹ ਕਥਾ ਚੱਲਦੀ ਹੈ ਦਿੱਲੀ ਦੇ ਵਿੱਚ ਇਸ ਪਾਲਕ ਪੁੱਤਰ ਗੋਦ ਲਏ ਪੁੱਤਰ ਬਾਰੇ। ਇਹ ਵਿਚਾਰਾਂ ਹੁਣ ਆਪਾਂ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੀਏ ਬੁਲੰਦ, ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਬਾਬਾ ਅਜੀਤ ਸਿੰਘ ਕੀ ਕਥਾ ਸੁਨ ਸਰੋਤਾ ਸਬਦਾਨ। ਆਓ ਗੁਰੂ ਪਿਆਰਿਓ, ਉਹ ਅਜੀਤ ਸਿੰਘ ਜੋ ਮਾਤਾ ਸੁੰਦਰ ਕੌਰ ਜੀ ਨੇ ਗੋਦ ਲਿਆ ਸੀ, ਉਸ ਬੱਚੇ ਦੀ ਕਥਾ ਸਰਵਣ ਕਰੀਏ ਜੀ। ਬਾਲਕ ਮਾਤਾ ਸੁੰਦਰੀ ਪਾ ਬਾਲਕ ਤੇ ਜਵਾਨ, ਜਿਸ ਨੂੰ ਮਾਤਾ ਸੁੰਦਰੀ ਜੀ ਨੇ ਪਾਲਣਾ ਪੋਸ਼ਣਾ ਕੀਤਾ ਸੀ, ਔਰ ਹੁਣ ਉਹ ਬੱਚਾ ਕਹਿੰਦੇ ਕਾਫੀ ਵੱਡਾ ਹੋਇਆ ਹੈ ਜੀ। ਚੌਪਈ ਵਸਤਰ ਵਿਭੂਕਨ ਸੁੰਦਰ ਨਾਨਾ, ਚਪਲ ਤੁਰੰਗਮ ਮੋਲ ਮਹਾਨਾ। ਔਰ ਇਸ ਅਜੀਤ ਸਿੰਘ ਨੂੰ ਸੰਗਤ ਵੀ ਪਿਆਰ ਕਰਨ ਲੱਗੀ। ਹੁਣ ਮਾਤਾ ਜੀ ਨੇ ਗੋਦ ਲੈ ਲਿਆ, ਇਸ ਕਰਕੇ ਸੰਗਤ ਬੇਅੰਤ ਭੇਟਾਵਾਂ, ਵਧੀਆ ਵਸਤਰ ਸ਼ਾਸਤਰ, ਸੁੰਦਰ ਗਹਿਣੇ ਆਦਿ ਬਣਵਾ ਕੇ ਦਿੰਦੇ ਆ। ਚੱਪਲ ਭਾਵ ਤੇਜ਼ ਚੱਲਣ ਵਾਲਾ ਸੁੰਦਰ ਘੋੜਾ ਵੀ ਲੈ ਦਿੱਤਾ ਹੈ। ਬਾਤ ਦੁਲਾਰਤ ਵਿਵਿਧ ਪ੍ਰਕਾਰਾ, ਪਹਿਰਾਵਤ ਪੌਰਾਕ ਸੁਖਾਰਾ। ਕਹਿੰਦੇ ਮਾਤਾ ਸੁੰਦਰ ਕੌਰ ਜੀ ਇਹਨੂੰ ਬੜਾ ਪਿਆਰ ਕਰਦੇ ਆ, ਹਰ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਦਿੰਦੇ ਹਨ। ਸ਼੍ਰੀ ਅੰਮ੍ਰਿਤਸਰ ਆਦਿ ਸਥਾਨਾ, ਜੈ ਜੈ ਰਹੇ ਮਸੰਦ ਮਹਾਨਾ। ਹੁਣ ਜਿਹੜੇ ਮਸੰਦ ਕੁਝ ਉਸ ਵੇਲੇ ਤੱਕ ਚੱਲ ਰਹੇ ਸਨ, ਵੈਸੇ ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਮਸੰਦਪੁਣਾ ਖਤਮ ਕਰ ਦਿੱਤਾ ਸੀਗਾ, ਪਰ ਫਿਰ ਵੀ ਹਜੇ ਉਸ ਕਿਰਤ ਨੂੰ ਆਪੋ ਆਪੇ ਕਰ ਰਹੇ ਸਨ। ਸਭ ਸੰਗਤ ਨੇ ਗੁਰਕਾਰ, ਤਨ ਆਦਿਕ ਸਭ ਵਸਤ ਸੰਭਾਰ। ਕਹਿੰਦੇ ਉਹਨਾਂ ਚੋਂ ਕੁਝ ਮਸੰਦ ਮਾਤਾ ਸੁੰਦਰ ਕੌਰ ਜੀ ਨਾਲ ਜੁੜ ਗਏ, ਔਰ ਸੰਗਤਾਂ ਦੇ ਕੋਲੋਂ ਕਾਰ ਭੇਟਾ ਇਕੱਠੀ ਕਰਕੇ ਰਾਜਕ ਮਾਤ ਕੀ ਪਾਸ ਬਿਠਾਵੈ, ਇਮ ਚੌਦਿਸ਼ ਤੇ ਧਨ ਗਨ ਆਵੈ। ਔਰ ਕੁਝ ਮਾਇਆ ਜਿਹੜੀ ਹੈ ਮਾਤਾ ਸੁੰਦਰ ਕੌਰ ਜੀ ਨੂੰ ਦੇ ਆਉਂਦੇ ਆ, ਕਿਉਂਕਿ ਇਹਨਾਂ ਨੇ ਉਸ ਮਾਇਆ ਦੇ ਵਿੱਚੋਂ ਆਪ ਵੀ ਖਾਣਾ ਕੀਤਾ। ਇਸੇ ਕਰਕੇ ਪਾਤਸ਼ਾਹ ਜੀ ਨੇ ਮਸੰਦਪੁਣਾ ਬੰਦ ਕਰਤਾ ਸੀ, ਪਰ ਫਿਰ ਵੀ ਹੌਲੀ ਹੌਲੀ ਇਹ ਬੰਦ ਹੋਏ ਹਨ। ਤਾਂ ਹੁਣ ਗੁਰੂ ਪਿਆਰਿਓ, ਇਹ ਲੋਕ ਜਿਹੜੇ ਹਨ ਮਾਇਆ ਇਕੱਠੀ ਕਰਦੇ ਆ ਸੰਗਤਾਂ ਤੋਂ, ਕੁਝ ਮਾਤਾ ਜੀ ਨੂੰ ਦੇ ਆਉਂਦੇ ਆ, ਕੁਝ ਆਪ ਵੀ ਰੱਖ ਲੈਂਦੇ ਆ। ਗਰਭ ਕੋਸ਼ ਮੈਂ ਜੁੜੇ ਵਿਸਾਲੇ, ਖਰਚ ਅਜੀਤ ਸਿੰਘ ਕੋ ਚਾਲੇ। ਇਸ ਤਰ੍ਹਾਂ ਸਾਹਿਬਜ਼ਾਦਾ ਭਾਵ ਪਾਲਕ ਪੁੱਤਰ ਗੋਦ ਲਿਆ ਪੁੱਤਰ ਅਜੀਤ ਸਿੰਘ ਜਿਹੜਾ ਹੈ, ਇਸ ਦਾ ਖਰਚਾ ਪਾਣੀ ਉਹਦੇ ਨਾਲ ਚੱਲਦਾ ਹੈ। ਦਿੱਲੀ ਦੀ ਸੰਗਤ ਵੀ ਬਹੁਤ ਮਾਇਆ ਭੇਟ ਕਰਦੀ ਆ, ਕੋਈ ਅੰਤ ਨਹੀਂ ਹੈ। ਗੁਰੂ ਨਾਨਕ ਦੇ ਘਰ ਵਿੱਚ ਬੇਅੰਤ ਮਾਇਆ ਜਮ੍ਹਾਂ ਹੋ ਰਹੀ ਆ ਖਜ਼ਾਨੇ ਵਿੱਚ। ਸਾਠ ਕਰਾ ਕੇ ਦਿਗ ਅਸਬਾਰਾ, ਦੇ ਤੁਰੰਗਮ ਮੋਲ ਉਦਾਰਾ। ਔਰ ਇਸ ਅਜੀਤ ਸਿੰਘ ਨੇ ਆਪਣਾ ਠਾਠ ਬਾਠ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਦੀ ਤਰ੍ਹਾਂ ਬਣਾਉਣਾ ਸ਼ੁਰੂ ਕੀਤਾ। 60 ਕੇਸ ਨੇ ਆਪਣੇ ਨਾਲ ਬੰਦੇ ਵੀ ਰੱਖ ਲਏ, ਸ਼ਸਤਰ ਧਾਰੀ, ਔਰ ਘੋੜੇ ਵੀ ਲੈ ਲਏ। ਘੋੜ ਸਵਾਰ ਕਰਕੇ ਉਹਨਾਂ ਦੇ ਨਾਲ ਸ਼ਾਸਤਰ ਵਸਤਰ ਦੇ ਬਰਨ ਬਰਨ ਕੇ, ਚਾਕਰ ਸੰਗਤ ਬੈਸ ਤੁਰਨ ਕੇ। ਔਰ ਚਾਕਰ ਭਾਵ ਸਿਪਾਹੀ ਨੌਕਰ ਬੈਸ ਤਰਨ ਕੇ, ਜਵਾਨ ਨੌਜਵਾਨ ਯੋਧੇ ਇਸ ਨੇ ਸ਼ਸਤਰ ਵਸਤਰ ਦੇ ਕੇ ਆਪਣੇ ਨਾਲ ਭਰਤੀ ਕਰ ਲਏ, ਆਪਣੇ ਨਾਲ ਰੱਖਦਾ ਹੈ, ਔਰ ਉਹਨਾਂ ਨੂੰ ਚਾਕਰੀ ਭਾਵ ਤਨਖਾਹ ਦਿੰਦੇ ਹਨ। ਚੜੀ ਤੁਰੰਗ ਕੀਰ ਸਿਦਾਰੇ, ਤੋਮਰ ਤੁਪਕ ਪ੍ਰਹਾਰਨ ਹਾਰੇ। ਔਰ ਉਹਨਾਂ ਨੂੰ ਲੈ ਕਰਕੇ ਸ਼ਿਕਾਰ ਖੇਡਣ ਜਾਂਦਾ ਜੰਗਲਾਂ ਦੇ ਵਿੱਚ। ਤੋਮਰ ਤੁਪਕ ਭਾਵ ਬੰਦੂਕ, ਨੇਜਾ, ਬਰਸ਼ਾ, ਸ਼ਸਤਰ ਆਦਿ
ਇਹ ਲੈ ਕੇ ਜਾਂਦੇ ਹਨ। ਮਾਤਾ ਕੀ ਪ੍ਰਸੰਨਤਾ ਸੰਗ ਬਿਨਸੇ ਅਨਕ ਬਿਲਾਸਨ ਰੰਗ। ਔਰ ਮਾਤਾ ਜੀ ਖੁਸ਼ੀ ਖੁਸ਼ੀ ਦੇ ਨਾਲ ਇਸ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਤੇ ਹਰ ਤਰ੍ਹਾਂ ਦੀ ਐਸ਼ੋ ਆਰਾਮ ਦੀ ਜ਼ਿੰਦਗੀ ਮਾਤਾ ਦੀ ਕਿਰਪਾ ਨਾਲ ਇਸ ਨੂੰ ਮਿਲੀ ਹੈ। ਬੈਠੇ ਬਹੀਰ ਦੀਵਾਨ ਲਗਾਵੇ ਦਰਸ਼ਨ ਹਿਤ ਕਿਤਕ ਸਿਖਿਆਵੇ। ਔਰ ਗੁਰੂ ਪਿਆਰਿਓ ਕੁਝ ਭੋਲੇ ਸਿੱਖ ਇਸ ਨੂੰ ਗੁਰੂ ਦਾ ਪੁੱਤਰ ਸਮਝਣ ਲੱਗੇ। ਮਾਤਾ ਸੁੰਦਰੀ ਕੌਰ ਜੀ ਨੇ ਇਸ ਨੂੰ ਪਾਲਿਆ ਹੈ, ਗੋਦ ਲਿਆ ਪੁੱਤਰ ਹੈ। ਵਾਕਿਆ ਖੂਨ ਦਾ ਫਰਕ ਹੁੰਦਾ, ਜਿਹੜਾ ਖੂਨ ਗੁਰੂ ਗੋਬਿੰਦ ਸਿੰਘ ਜੀ ਦਾ ਉਹਦੇ ਨਾਲ ਹੋਰ ਕਿਸੇ ਦਾ ਖੂਨ ਕਿੱਥੇ ਰਲ ਸਕਦਾ। ਚਲੋ ਖੈਰ, ਭੋਲੀਆਂ ਸੰਗਤਾਂ ਜਿਹੜੀਆਂ ਇਸ ਪੁੱਤਰ ਨੂੰ ਅਜੀਤ ਸਿੰਘ ਸਮਝਣ ਲੱਗ ਪਈਆਂ, ਭਾਵ ਉਹੇ ਜਿਹਾ ਪਿਆਰ ਕਰਨ ਲੱਗੀਆਂ। ਤੇ ਕਲਾਲ ਸਦਨ ਪਰਮਾਹੀ ਸ੍ਰੀ ਗੁਰੂ ਸਿੱਖ ਕਰੇ ਸੋ ਨਾਹੀ। ਕਹਿਣ ਲੱਗੇ ਉਸ ਇਲਾਕੇ ਦੇ ਵਿੱਚ ਕਲਾਲਾਂ ਦੇ ਘਰ ਵੀ ਸਨ। ਕਲਾਲ ਹੁੰਦੇ ਆ ਸ਼ਰਾਬ ਵੇਚਣ ਵਾਲੇ। ਉਹਨਾਂ ਨੇ ਗੁਰੂ ਕੀ ਸਿੱਖੀ ਧਾਰਨ ਨਹੀਂ ਸੀ ਕੀਤੀ। ਸੋ ਅਜੀਤ ਸਿੰਘ ਕੇ ਸਿੱਖ ਹੈ ਵਿਕੈ ਦੇ ਤੂ ਪਾਏ ਨਾ ਬੰਧਨ ਕਹਿ ਕੈ। ਔਰ ਜਿਵੇਂ ਇੱਕ ਕਲਾਲ ਨੂੰ ਗੁਰੂ ਸਾਹਿਬ ਨੇ ਗਲੇ ਲਾਇਆ ਸੀਗਾ ਔਰ ਉਸ ਨੂੰ ਅੱਗੇ ਬਿਠਾ ਕੇ ਕਥਾ ਸੁਣਾਉਂਦੇ ਸੀ। ਉਹ ਕਲਾਲ ਦੀ ਕਹਾਣੀ ਆਉਂਦੀ ਹੈ। ਕਹਿੰਦੇ ਇੱਕ ਦਿਨ ਇੱਕ ਮਨੁੱਖ ਸਤਿਗੁਰਾਂ ਦੇ ਦੀਵਾਨ ਦੇ ਸਾਹਮਣੇ ਉਹ ਡਿਉੜੀ ਤੇ ਖੜ ਕੇ ਕਥਾ ਸੁਣਦਾ ਹੈ ਤੇ ਉੱਥੋਂ ਹੀ ਮੁੜ ਜਾਂਦਾ ਹੈ, ਅੱਗੇ ਨਹੀਂ ਆਉਂਦਾ। ਕਈ ਦਿਨ ਸਤਿਗੁਰ ਦੇਖਦੇ ਰਹੇ, ਪਾਤਸ਼ਾਹ ਜੀ ਦੀਆਂ ਵਿਚਾਰਾਂ ਚੱਲਦੀਆਂ ਤੇ ਉਹ ਮਨੁੱਖ ਬਾਹਰ 'ਚੋਂ ਹੀ ਮੁੜ ਜਾਂਦਾ। ਤੇ ਇੱਕ ਦਿਨ ਸਤਿਗੁਰਾਂ ਨੇ ਸਿੱਖਾਂ ਨੂੰ ਕਿਹਾ ਵੀ ਉਹ ਜਿਹੜਾ ਬਾਹਰ ਇੱਕ ਕਲਾਲ ਆਪਣਾ ਇੱਕ ਮਨੁੱਖ ਖੜਾ ਹੈ, ਉਹ ਬਾਹਰ ਦੀ ਬਾਹਰ ਮੁੜ ਜਾਂਦਾ, ਉਹਨੂੰ ਅੰਦਰ ਲੈ ਕੇ ਆਓ। ਸਮਾਪਤੀ ਤੋਂ ਬਾਅਦ ਦੋ ਸਿੰਘ ਗਏ ਤੇ ਉਸ ਨੂੰ ਅੰਦਰ ਜਾਣ ਲਈ ਕਿਹਾ। ਉਹ ਕੰਬਣ ਲੱਗਿਆ, ਡਰਨ ਲੱਗਿਆ, ਕਹਿੰਦਾ ਮੈਂ ਅੰਦਰ ਨਹੀਂ ਜਾਣਾ। ਉਹ ਕਹਿਣ ਲੱਗੇ ਡਰਦਾ ਕਿਉਂ ਆ, ਗੱਲ ਕੀ ਹੋਈ ਹੈ? ਤੂੰ ਪਾਤਸ਼ਾਹ ਤੈਨੂੰ ਪਿਆਰ ਨਾਲ ਬੁਲਾਉਂਦੇ, ਐਸੀ ਕੋਈ ਗੱਲ ਨਹੀਂ ਹੈ। ਉਹਨੂੰ ਅੰਦਰ ਲਿਆਂਦਾ। ਪਾਤਸ਼ਾਹ ਕਹਿੰਦੇ ਵੀ ਕੀ ਗੱਲ ਹੈ ਭਾਈ, ਤੂੰ ਸੰਗਤ ਵਿੱਚ ਆ ਕੇ ਕਿਉਂ ਨਹੀਂ ਬੈਠਦਾ, ਬਾਹਰ ਦੀ ਬਾਹਰ ਮੁੜ ਜਾਂਦਾ? ਕਹਿਣ ਲੱਗਿਆ ਜੀ ਮੈਨੂੰ ਡਰ ਲੱਗਦਾ। ਕਹਿੰਦੇ ਕਿਉਂ, ਡਰ ਕਿਉਂ ਲੱਗਦਾ? ਕਹਿਣ ਲੱਗਿਆ ਜੀ ਜੇ ਮੈਂ ਮੰਦਰ ਵਾਲੇ ਪਾਸੇ ਕਥਾਵਾਰਤ ਸੁਣ ਗਿਆ ਤੇ ਉਹਨਾਂ ਨੇ ਮੈਨੂੰ ਭਜਾ ਦਿੱਤਾ। ਕਹਿੰਦੇ ਜਾ ਭਾਜਾ, ਤੂੰ ਕਲਾਲ ਹੈ। ਜੇ ਮਸੀਤ ਵਾਲੇ ਪਾਸੇ ਉਹਨਾਂ ਦੀ ਕੋਈ ਧਰਮ ਦੀ ਗੱਲ ਸੁਣ ਗਿਆ ਤੇ ਉਹਨਾਂ ਨੇ ਨਹੀਂ ਖੜਨ ਦਿੱਤਾ। ਤੁਹਾਡੀਆਂ ਗੱਲਾਂ ਮੈਨੂੰ ਬਹੁਤ ਚੰਗੀਆਂ ਲੱਗਦੀਆਂ, ਪਰ ਮੈਂ ਇਸੇ ਕਰਕੇ ਅੰਦਰ ਨਹੀਂ ਆਉਂਦਾ ਕਿ ਸ਼ਾਇਦ ਇੱਥੋਂ ਵੀ ਮੈਨੂੰ ਕੋਈ ਭਜਾ ਦੇਵੇ। ਪਾਤਸ਼ਾਹ ਕਹਿੰਦੇ ਉਹ ਕਲਾਲ ਕੌਣ ਹੁੰਦੇ ਆ? ਕਹਿੰਦਾ ਜੀ ਅਸੀਂ ਸ਼ਰਾਬ ਵੇਚਦੇ ਹਾਂ, ਸਾਨੂੰ ਕਲਾਲ ਕਹਿੰਦੇ ਆ। ਤੇ ਪਾਤਸ਼ਾਹ ਜੀ ਕਹਿੰਦੇ ਆਪਣੇ ਆਸਣ ਤੋਂ ਉੱਠੇ ਤੇ ਜਾ ਕੇ ਉਸ ਨੂੰ ਗਲੇ ਲਾਇਆ। ਕਹਿੰਦੇ ਉਹ ਇਹ ਕਲਾਲ ਤਾਂ ਗੁਰੂ ਕੇ ਲਾਲ ਹੁੰਦੇ ਆ। ਅਸੀਂ ਵੀ ਇੱਕ ਰਸ ਦਿੰਦੇ ਹਾਂ, ਅਸੀਂ ਵੀ ਇੱਕ ਰਸ ਵੇਚਦੇ ਹਾਂ। ਅਸੀਂ ਨਾਮ ਦਾ ਰਸ ਦਿੰਦੇ ਹਾਂ ਜਿਹੜਾ ਕਦੇ ਲਹਿੰਦਾ ਹੀ ਨਹੀਂ। ਪੋਸਤ ਭੰਗ ਅਫੀਮ ਮਦ ਉਤਰ ਜਾਣ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਤੈਨੂੰ ਇੱਥੋਂ ਕੋਈ ਨਹੀਂ ਭਜਾਵੇਗਾ, ਤੂੰ ਮੂਹਰੇ ਆ ਕੇ ਬੈਠਿਆ ਕਰ। ਉਸ ਦਿਨ ਤੋਂ ਗੁਰੂ ਪਿਆਰਿਓ ਉਹ ਵੱਜਦੇ ਤਾਂ ਕਲਾਲ ਹੀ ਸੀਗੇ, ਪਰ ਗੁਰੂ ਦੀ ਕਿਰਪਾ ਸਦਕਾ ਉਹ ਆਪਣਾ ਉਹ ਕੰਮ ਤਿਆਗ ਦਿੱਤਾ। ਪਰ ਅੱਲ ਉਹਨਾਂ ਦੀ ਕਲਾਲਾਂ ਵਾਲੀ ਪੈ ਗਈ ਆ। ਇਸ ਕਰਕੇ ਉਹ ਕਲਾਲ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਸਮੇਂ ਗੁਰੂ ਕੀ ਸਿੱਖੀ ਧਾਰਨ ਕੀਤੀ ਸੀ, ਹੁਣ ਉਹ ਅਜੀਤ ਸਿੰਘ ਦੇ ਨਾਲ ਜੁੜ ਗਏ ਜੀ। ਉਸ ਕੋ ਵੇਚ ਕਮਾਵੇ ਕਾਰ ਜਿਨ ਕੇ ਸਿਦਕ ਨਹੀਂ ਇਤਬਾਰ। ਔਰ ਗੁਰੂ ਪਿਆਰਿਓ ਇਹ ਲੋਕ ਤੂੜੀ ਆਦਿ ਵੇਚ ਕੇ ਆਪਣਾ ਕਾਰਜ ਕਮਾਉਂਦੇ ਸਨ, ਗ੍ਰਸਤੀ ਜੀਵਨ ਲੰਘਾਉਂਦੇ ਸਨ। ਇਹਨਾਂ ਵਿੱਚ ਬਹੁਤਾ ਕਹਿੰਦੇ ਸਿਦਕ ਨਹੀਂ ਸੀ, ਉਹਨਾਂ ਦਾ ਕੋਈ ਇਤਵਾਰ ਨਹੀਂ ਸੀ ਕਰਦਾ। ਇਨ ਤੇ ਆਦ ਅਪਰ ਪੇ ਕੀਤੇ ਗੁਰ ਕਰ ਆਪਣੋ ਦਰਬ ਸੋ ਦੇਤੇ। ਔਰ ਇਹਨਾਂ ਨੂੰ ਛੱਡ ਕੇ ਹੋਰ ਵੀ ਦਿੱਲੀ ਦੀਆਂ ਸੰਗਤਾਂ ਜਿਹੜੀਆਂ ਆਪਣਾ ਦਸੌਂਦ ਕੱਢ ਕੇ ਮਾਤਾ ਸੁੰਦਰੀ ਜੀ ਦੇ ਨਾਂ ਨੂੰ, ਗੁਰੂ ਦੇ ਨਾਂ ਨੂੰ ਬਹੁਤ ਮਾਇਆ ਦਿੰਦੇ ਹਨ। ਚਾਰ ਕਰੀ ਜਬ ਦਿਨ ਰਹਿ ਜਾਏ ਸ਼ਾਸਤਰ ਬਸਤ ਕੋ ਭਲੇ ਸਜਾਏ। ਕਹਿੰਦੇ ਸ਼ਾਮਾਂ ਦੇ ਦੀਵਾਨ ਸਜਦੇ ਹਨ। ਇਸ ਵੇਲੇ 4 ਘੜੀਆਂ ਦਿਨ ਰਹਿੰਦੇ। ਇਹ ਅਜੀਤ ਸਿੰਘ ਨਾਮ ਦਾ ਜਿਹੜਾ ਹੈ ਪਾਲਕ ਪੁੱਤਰ, ਇਹ ਸ਼ਾਮਾਂ ਨੂੰ ਤਿਆਰ ਹੁੰਦਾ ਹੈ, ਸਰੀਰ ਤੇ ਸ਼ਸਤਰ ਆਦਿ ਸਜਾਉਂਦਾ ਹੈ ਜੀ। ਗੁਰ ਕੀ ਸੈਲ ਹਿਤ ਵਿਚਰੰਤਾ ਸਾਠ ਸੂਰਨ ਸੰਗ ਰਖੰਤਾ। ਸੌਰਨ ਹੁੰਦੇ ਆ ਸਿਪਾਹੀ ਯੋਧੇ,
ਕਹਿੰਦੇ ਇਸ ਤਰ੍ਹਾਂ ਫਿਰ ਸ਼ਾਮਾਂ ਨੂੰ ਇਹ ਜੰਗਲਾਂ ਦੇ ਵੱਲ ਜਾਂਦਾ ਹੈ, ਸੈਰ ਸਪਾਟਾ ਕਰਨ, ਸ਼ਿਕਾਰ ਖੇਡਣ ਜਾਂਦਾ ਹੈ। ਉਹ 60 ਸਿਪਾਹੀ ਜਿਹੜੇ ਰੱਖੇ ਹੋਏ ਆ ਨਾਲ, ਉਹ ਵੀ ਨਾਲ ਜਾਂਦੇ ਆ। ਅਗਰ ਨਕੀਬ ਬੋਲਤੇ ਉੱਚੇ ਜਿਤਕ ਚਾਹੇ ਟਿਕ ਤਿਤਕ ਪਹੁੰਚੇ। ਮਤਲਬ ਉਹੇ ਜਿਹਾ ਠਾਠ ਬਾਠ ਇਸਨੇ ਬਣਾਉਣਾ ਸ਼ੁਰੂ ਕੀਤਾ ਹੈ। ਸੰਗਤਾਂ ਕੁਛ ਨਹੀਂ ਕਹਿੰਦੀਆਂ, ਕਿਉਂਕਿ ਮਾਤਾ ਜੀ ਨੇ ਗੋਦ ਲੈ ਲਿਆ ਹੈ, ਹੁਣ ਇਹ ਗੁਰੂ ਪੁੱਤਰ ਵੱਜਣ ਲੱਗ ਪਿਆ। ਇਸ ਕਰਕੇ ਸੰਗਤਾਂ ਕੁਛ ਨਹੀਂ ਕਹਿੰਦੀਆਂ, ਇਹ ਗੁਰੂ ਪਿਆਰਿਓ ਆਪਣੀ ਮਨ ਮਰਜ਼ੀ ਕਰਨ ਲੱਗਿਆ। ਔਰ ਇਸ ਨੇ ਆਪਣੇ ਮੂਹਰੇ ਨਕੀਬ ਵੀ ਰੱਖਿਆ, ਪਹਿਰੇਦਾਰ, ਜਿਹੜਾ ਅੱਗੋਂ ਦੱਸਦਾ ਬਈ ਪਾਸੇ ਹੋ ਜਾਓ, ਅਜੀਤ ਸਿੰਘ ਆ ਰਹੇ ਆ। ਇੱਦਾਂ ਚੱਲਣ ਲੱਗਿਆ ਹੈ ਜੀ। ਇੱਕ ਵਿਸਾਲ ਹੋਤ ਨਿਤਰਾ ਹੈ ਆਪਨ ਬਿਗਾਨਾ ਅਚੇ ਜੋ ਚਾਹੈ। ਔਰ ਮਾਤਾ ਸੁੰਦਰ ਕੌਰ ਜੀ ਦੇ ਗ੍ਰਹਿ ਵਿਖੇ, ਜਿੱਥੇ ਉਹਨਾਂ ਦੀ ਰਿਹਾਇਸ਼ ਹੈ ਦਿੱਲੀ ਵਿੱਚ, ਉੱਥੇ ਲੰਗਰ ਵੀ ਚੱਲਦਾ ਹੈ ਔਰ ਖੁੱਲਾ ਲੰਗਰ ਚੱਲਦਾ, ਸਿੱਖ ਸੰਗਤਾਂ ਛਕਦੀਆਂ। ਸੰਗਤ ਕਨੀ ਦਰਸ ਕੋ ਆਵੈ ਦਰਸ਼ਨ ਮਾਤ ਸੁੰਦਰੀ ਪਾਵੈ। ਔਰ ਮਾਤਾ ਸੁੰਦਰੀ ਸਤਿਗੁਰੂ ਪਾਤਸ਼ਾਹ ਜੀ ਦੇ ਵੱਡੇ ਮਹਿਲ, ਜਿਨ੍ਹਾਂ ਦੇ ਦਰਸ਼ਨਾਂ ਲਈ ਬਹੁਤ ਸੰਗਤਾਂ ਆਉਂਦੀਆਂ। ਟਿਕ ਬੈਠੇ ਹੈ ਪੀ ਪੁਜਵਾਵੈ ਕਿਤਕ ਭੀਟ ਸਿੱਖ ਆਨ ਚੜਾਵੈ। ਔਰ ਇਹ ਵੀ ਕੋਲ ਬੈਠ ਜਾਂਦਾ, ਹੁਣ ਗੋਦ ਲਿਆ ਹੋਇਆ ਪੁੱਤਰ ਹੈ। ਸਿੱਖ ਸੰਗਤਾਂ ਇਸ ਨੂੰ ਵੀ ਮੰਨਦੀਆਂ, ਇਸ ਨੂੰ ਵੀ ਪੂਜਦੀਆਂ ਹਨ, ਗੁਰੂ ਪੁੱਤਰ ਜਾਣ ਕੇ। ਸਿਰੋ ਪਾਉ ਸੰਗਤ ਕੋ ਦੀਤ ਰੀਤ ਗੁਰਣ ਕੀ ਕਰਤ ਸੁਚੀਤ। ਇਸ ਤਰ੍ਹਾਂ ਗੁਰੂਆਂ ਵਾਲੀਆਂ ਰੀਸਾਂ ਕਰਨੀਆਂ ਸ਼ੁਰੂ ਕੀਤੀਆਂ ਇਸ ਨੇ। ਸਿੱਖ ਸੰਗਤਾਂ ਨੂੰ ਇਹ ਸਰੋਪੇ ਵੀ ਦਿੰਦਾ ਹੈ। ਦੇਸ਼ ਵਿਦੇਸ਼ਨ ਬਿਦ ਤਿਉ ਕਨੋ ਗੁਰ ਕੋ ਪੁੱਤਰ ਗੁਰੂ ਇਹ ਬਨੋ। ਔਰ ਇਸ ਤਰ੍ਹਾਂ ਦੇਸ਼ਾਂ ਵਿਦੇਸ਼ਾਂ ਵਿੱਚ ਇਹ ਗੱਲ ਪ੍ਰਗਟ ਹੋ ਗਈ। ਬਿਦਤਨਾ ਹੁੰਦਾ ਪ੍ਰਗਟ ਹੋ ਜਾਣਾ। ਦੇਸ਼ਾਂ ਵਿਦੇਸ਼ਾਂ ਵਿੱਚ ਇਹ ਗੱਲ ਫੈਲ ਗਈ ਹੈ ਵੀ ਗੁਰੂ ਦਾ ਇੱਕ ਪੁੱਤਰ ਹੈ ਜੋ ਮਾਤਾ ਸੁੰਦਰੀ ਕੋਲ ਹੈ। ਕੋ ਸਿਆਣੇ ਸਿੱਖ ਨਾ ਮਾਨੈ ਮਾਤਾ ਕੋ ਪਾਲਕ ਪਹਿਚਾਨੈ। ਕਈ ਸਿਆਣੇ ਸਿੱਖ ਹੈ ਉਹ ਇਸ ਗੱਲ ਨੂੰ ਸਮਝਦੇ ਆ ਵੀ ਇਹ ਗੁਰੂ ਪੁੱਤਰ ਨਹੀਂ ਹੈ। ਠੀਕ ਹੈ, ਮਾਤਾ ਨੇ ਗੋਦ ਲੈ ਲਿਆ ਆਪਣਾ ਚਿੱਤ ਪਰਚਾਉਣ ਵਾਸਤੇ, ਜੀ ਲਾਉਣ ਵਾਸਤੇ, ਪਰ ਇਹਦੇ ਵਿੱਚ ਗੁਰੂ ਵਾਲੀ ਗੱਲ ਨਹੀਂ ਹੈ। ਕੋਈ ਸਿਆਣੇ ਸਿੱਖ ਇਸ ਨੂੰ ਗੁਰੂ ਪੁੱਤਰ ਨਹੀਂ ਮੰਨਦੇ ਜਾਂ ਗੁਰੂ ਦਾ ਰੂਪ ਨਹੀਂ ਮੰਨਦੇ। ਪਰ ਜਿਹੜੇ ਭੋਲੇ ਭਾਲੇ ਸਿੱਖ ਹੈ, ਭੋਲੀ ਭਾਲੀ ਜਨਤਾ ਜ਼ਰੂਰ ਮਗਰ ਲੱਗਦੀ ਆ। ਗੁਰਤਾ ਕੋ ਪਾਇਤ ਨੈ ਲੱਛਨ ਸਮਝਤ ਗੁਰ ਕੇ ਸਿੱਖ ਵਿਚਛਨ। ਜਿਹੜੇ ਸਿਆਣੇ ਸਿੱਖ ਹੈ ਉਹ ਇਹ ਗੱਲ ਸਮਝਦੇ ਆ ਕਿ ਇਹਦੇ ਵਿੱਚ ਕੋਈ ਗੁਰੂਆਂ ਵਾਲੇ ਗੁਰਤਾ ਗੱਦੀ ਦੇ ਲੱਛਣ ਨਹੀਂ ਹੈਗੇ। ਤੇ ਨਾਲੇ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਹੁਕਮ ਹੋਇਆ, ਆਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਸ ਕਰਕੇ ਗੁਰੂ ਪਿਆਰਿਓ ਸਿਆਣੇ ਸਿੱਖ ਜਿਨ੍ਹਾਂ ਨੂੰ ਪਤਾ ਹੈ ਉਹ ਇਸ ਦੇ ਭੁਲੇਖੇ ਵਿੱਚ ਨਹੀਂ ਆਉਂਦੇ, ਪਰ ਕੁਝ ਭੋਲੇ ਸਿੱਖ ਇਹਦੇ ਭੁਲੇਖੇ ਵਿੱਚ ਆ ਜਾਂਦੇ ਆ। ਇਸ ਤਰ੍ਹਾਂ ਸਮਾਂ ਬਤੀਤ ਹੁੰਦਾ ਰਿਹਾ ਗੁਰੂ ਪਿਆਰਿਓ। ਕੁਝ ਸਮਾਂ ਬਤੀਤ ਹੋਇਆ ਹੈ ਤਾਂ ਇਹ ਹੁਣ ਵੱਡਾ ਹੋ ਗਿਆ, ਜਵਾਨ ਹੋ ਗਿਆ, ਔਰ ਜਿਹੜੇ ਇਸ ਨੂੰ ਮੰਨਦੇ ਸੀ ਉਹ ਇਹਦਾ ਬੜਾ ਸਤਿਕਾਰ ਕਰਦੇ ਹੈ। ਉਸ ਦਾ ਸਦਕਾ ਇਹਦੇ ਅੰਦਰ ਹੰਕਾਰ ਵਧਣਾ ਸ਼ੁਰੂ ਹੋਇਆ ਵੀ ਮੈਂ ਤਾਂ ਗੁਰੂ ਸਾਹਿਬ ਦਾ ਪੁੱਤਰ ਬਣ ਗਿਆ ਔਰ ਲੋਕ ਮੈਨੂੰ ਉਵੇਂ ਪੂਜਦੇ ਆ। ਇਹਦੇ ਅੰਦਰ ਹੰਕਾਰ ਵੀ ਨਾਲ ਨਾਲ ਵੱਧਦਾ ਗਿਆ ਜਿਵੇਂ ਜਿਵੇਂ ਜਵਾਨ ਹੁੰਦਾ ਗਿਆ। ਕੁਛ ਮਾਤਾ ਕੋ ਕਹਿਓ ਨਾ ਮਾਨੈ ਜੋ ਮਨ ਆਈ ਤਥਾ ਕਿਰਤ ਠਾਨੈ। ਹੁਣ ਮਨ ਮਰਜ਼ੀ ਕਰਨ ਲੱਗਿਆ। ਮਾਤਾ ਸੁੰਦਰੀ ਜੀ ਦੇ ਵੀ ਬਚਨਾਂ ਤੋਂ ਬਾਹਰ ਨਿਕਲ ਜਾਂਦਾ ਹੈ। ਉਹਨਾਂ ਦੀ ਕੋਈ ਗੱਲ ਮੰਨਦਾ, ਕੋਈ ਨਹੀਂ ਮੰਨਦਾ। ਪਰ ਜੇ ਬਾਰ ਬਾਰ ਕ੍ਰਿਤ ਖੋਟੀ ਚਲੀ ਕੋ ਮਗ ਗਰਭਤ ਮਤ ਗੋਟੀ। ਔਰ ਗੁਰੂ ਪਿਆਰਿਓ ਉਹ ਜਿਹੜੀ ਗੁਰੂ ਵਾਲੀ ਗੱਲ ਸੀ ਜਾਂ ਗੁਰੂ ਦੇ ਖੂਨ ਵਾਲੀ ਗੱਲ ਸੀ ਉਹ ਕਿੱਥੇ ਬਣਦੀ ਆ। ਇਹਦੇ ਵਿੱਚ ਹੰਕਾਰ ਪੈਦਾ ਹੋ ਗਿਆ। ਜਦੋਂ ਹੰਕਾਰ ਪੈਦਾ ਹੋ ਗਿਆ ਮਾਤਾ ਜੀ ਇਹਨੂੰ ਵਰਜਦੇ ਵੀ ਆ, ਮਾੜੇ ਪਾਸੇ ਜਾਣ ਤੋਂ ਰੋਕਦੇ ਆ। ਪੁੱਤਰਾ ਕੰਮ ਨਹੀਂ ਕਰਨਾ, ਇਹ ਆਪਾਂ ਨੂੰ ਨਹੀਂ ਸ਼ੋਭਦਾ। ਪਰ ਹੁਣ ਇਹ ਵੱਡਾ ਹੋ ਗਿਆ ਹੈ, ਇਸ ਕਰਕੇ ਮਨ ਮਰਜ਼ੀ ਕਰਨ ਲੱਗਿਆ। ਸਾਹਿਬ ਦੇਵੀ ਭੇਜੀ ਜਬੈ ਖਸਟ ਸ਼ਾਸਤਰ ਸੌਂਪੇ ਗੁਰ ਤਬੈ। ਹੁਣ ਜਿਸ ਵੇਲੇ ਮਾਤਾ ਸਾਹਿਬ ਦੇਵਾਂ ਜੀ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਹਜੂਰ ਸਾਹਿਬ ਤੋਂ ਵਾਪਸ ਦਿੱਲੀ ਭੇਜ ਦਿੱਤਾ ਸੀ, ਉਸ ਵੇਲੇ ਉਹਨਾਂ ਨੇ 6 ਸ਼ਾਸਤਰ 6ਵੇਂ ਪਾਤਸ਼ਾਹ ਜੀ ਵਾਲੇ ਜੋ 10ਵੇਂ ਪਾਤਸ਼ਾਹ ਜੀ ਦੇ ਕੋਲ ਸਨ, ਜਦ ਇਹਨਾਂ ਨੇ ਕਿਹਾ ਸੀਗਾ ਪਾਤਸ਼ਾਹ
ਮੈਂ ਤਾਂ ਤੁਹਾਡੇ ਦਰਸ਼ਨਾਂ ਤੋਂ ਬਗੈਰ ਪ੍ਰਸ਼ਾਦਾ ਨਹੀਂ ਛਕਣਾ। ਮੈਂ ਤਾਂ ਇਹੋ ਹੀ ਮਕਸਦ ਲੈ ਕੇ ਤੁਹਾਡੇ ਨਾਲ ਜੁੜੀ ਹਾਂ। ਜਦ ਤੁਸੀਂ ਅਲੋਪ ਹੋ ਜਾਓਗੇ, ਸਾਨੂੰ ਵਿਛੋੜਾ ਦੇ ਜਾਓਗੇ, ਫਿਰ ਸਾਡਾ ਕੀ ਬਣੇਗਾ। ਤਾਂ ਉਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਉਹ 6 ਸ਼ਾਸਤਰ ਜੋ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਮੇਂ ਦੇ ਹਨ, ਉਹ 6 ਸ਼ਾਸਤਰ ਮਾਤਾ ਸਾਹਿਬ ਦੇਵਾ ਜੀ ਨੂੰ ਦੇ ਦਿੱਤੇ ਸੀ ਵੀ ਤੁਸੀਂ ਇਹਨਾਂ ਸ਼ਾਸਤਰਾਂ ਨੂੰ ਸਜਾ ਕੇ ਰੱਖੋ। ਜਦੋਂ ਵੀ ਇਹਨਾਂ ਦੇ ਦਰਸ਼ਨ ਕਰੋਗੇ ਤੁਹਾਨੂੰ ਮੇਰੇ ਦਰਸ਼ਨ ਹੋ ਜਾਇਆ ਕਰਨਗੇ ਅਤੇ ਪ੍ਰਸ਼ਾਦਾ ਛਕ ਲਿਆ ਕਰਿਓ। ਇਸ ਤਰ੍ਹਾਂ ਉਹ ਸ਼ਾਸਤਰ ਹੁਣ ਕਿੱਥੇ ਹਨ? ਮਾਤਾ ਸੁੰਦਰੀ ਜੀ ਦੇ ਘਰ ਮਾਤਾ ਸਾਹਿਬ ਦੇਵਾ ਜੀ ਚਲਾਣਾ ਕਰ ਗਏ ਹਨ। ਤਿਨ ਕੀ ਪੂਜਾ ਮਾਤ ਕਰਾਵੈ, ਪਤ ਸਮ ਜਾਣੇ ਸੀਸ ਨਿਵਾਵੈ। ਔਰ ਮਾਤਾ ਸੁੰਦਰ ਕੌਰ ਜੀ ਵੀ ਇਸ ਗੱਲ ਨੂੰ ਮੰਨਦੇ ਆ ਔਰ ਉਹਨਾਂ ਸ਼ਾਸਤਰਾਂ ਦੀ ਸੇਵਾ ਸੰਭਾਲ ਕਰਦੇ ਆ। ਪੂਜਾ ਅਰਚਨਾ ਭਾਵ ਸ਼ਾਸਤਰਾਂ ਦਾ ਸਤਿਕਾਰ ਕਰਨਾ, ਇਹ ਮਾਤਾ ਸੁੰਦਰ ਕੌਰ ਜੀ ਕਰਦੇ ਆ। ਘਰ ਦੇ ਵਿੱਚ ਇਹ ਸ਼ਾਸਤਰ ਪਲੰਘੇ ਤੇ ਸਜਾਏ ਹੋਏ ਆ। ਜੁਗ ਤਰਬਾਰ ਜੁਗਮ ਹੀ ਜਮ ਤਰ, ਪੇਸ਼ ਕਬਜ ਖਸਟਮ ਖਰ ਖੰਜਰ। ਇਹਦੇ ਵਿੱਚ 2 ਤਲਵਾਰਾਂ ਵੱਡੀਆਂ ਔਰ 2 ਪੇਚ ਕਬਜ ਹੈ ਜੋ ਕਮਰ ਕਸੇ ਦੇ ਸ਼ਾਸਤਰ ਹਨ। 2 ਜਮਧਰਾਂ ਹਨ, ਪੇਚ ਕਬਜ ਹੈ ਤੇ 6ਵਾਂ ਸ਼ਾਸਤਰ ਖੰਜਰ ਹੈ। ਅਜਬ ਮੀਰ ਮਾਹੀ ਕੇ ਦਸਤੇ, ਸ਼ੁਭਤ ਮਿਆਨ ਸ਼ੁਭ ਲੋਹਾ ਲਸਤੇ। ਇਹਨਾਂ ਦੇ ਵਿੱਚ ਵੱਡੀ ਮੱਛੀ ਦੇ ਬਾਹੇ ਪਾਏ ਹੋਏ ਆ ਦਸਤੇ, ਜੋ ਖੰਜਰ ਦੇ ਪਿੱਛੇ ਜਿਹੜਾ ਬਾਹਾਂ ਮੁੱਠਾ ਹੱਥ 'ਚ ਫੜਨ ਵਾਲਾ ਉਹ ਮੱਛੀ ਦੀ ਹੱਡੀ ਦਾ ਬਣਾ ਕੇ ਪਾਇਆ ਹੋਇਆ। ਕਈਆਂ ਦੇ ਵਿੱਚ ਹਾਥੀ ਦੰਦ ਦੇ ਵੀ ਦਸਤੇ ਹੁੰਦੇ ਆ। ਇਸ ਤਰ੍ਹਾਂ ਬੜੇ ਕੀਮਤੀ ਹਨ ਇਹ ਸ਼ਾਸਤਰ, ਸਤਿਕਾਰਯੋਗ ਹੈ, ਪੂਜਣਯੋਗ ਹੈ, ਸਤਿਗੁਰਾਂ ਦੀ ਨਿਸ਼ਾਨੀ ਹੈ। ਮਾਤਾ ਸੁੰਦਰ ਕੌਰ ਜੀ ਇਹਨਾਂ ਨੂੰ ਬੜਾ ਸਤਿਕਾਰ ਕਰਦੇ ਹਨ। ਚੰਦਨ ਧੂਪ ਪੁਸ਼ਪ ਅਰਪੰਤੇ, ਸਾਦਰ ਛਾਦਤ ਬਸਨ ਰਖੰਤੇ। ਔਰ ਇਹਨਾਂ ਦੇ ਕੋਲ ਧੂਪ ਬੱਤੀ ਕਰਨੀ, ਇਹਨਾਂ ਦੀ ਸੇਵਾ ਸੰਭਾਲ ਕਰਨੀ, ਸਫਾਈ ਕਰਨੀ ਔਰ ਵਸਤਰ ਦੇ ਨਾਲ ਢੱਕ ਕੇ ਰੱਖਣੇ। ਤਿਨੋ ਅਜੀਤ ਸਿੰਘ ਜਬ ਹੇਰੇ, ਤਰੋ ਅੰਗ ਮੇ ਚਾਹਤ ਕਨੇਰੇ। ਔਰ ਕਈ ਵਾਰੀ ਅਜੀਤ ਸਿੰਘ ਨੇ ਇਸ ਪਾਲਕ ਪੁੱਤਰ ਨੇ ਉਹ ਵੇਖਣੇ ਤੇ ਇਸ ਨੇ ਮਨ ਵੀ ਸੋਚਣਾ ਕਿਉਂ ਨਾ ਇਹ ਤਲਵਾਰਾਂ ਇਹ ਸ਼ਾਸਤਰ ਮੈਂ ਸਰੀਰ ਤੇ ਧਾਰਨ ਕਰਕੇ ਦੇਖਾਂ। ਸੰਕਟ ਮਨ ਮਾਤਾ ਤੇਰਾ ਹੈ, ਤੋ ਲੈਨ ਹਿਤ ਹੀ ਨਿਤ ਚਾਹੈ। ਮਨ ਵਿੱਚ ਰੋਜ਼ ਖਿਆਲ ਆਉਂਦਾ ਹੈ ਵੀ ਇਹ ਸ਼ਾਸਤਰ ਮੈਂ ਪਾਵਾਂ, ਕਿੱਡਾ ਸੋਹਣੀ ਵੱਡੀ ਤਲਵਾਰ ਹੈ, ਕਿੱਡੇ ਸੋਹਣੇ ਸ਼ਾਸਤਰ ਹੈ, ਇਹਨਾਂ ਨੂੰ ਮੈਂ ਸਰੀਰ ਤੇ ਧਾਰਨ ਕਰਕੇ ਦੇਖਾਂ। ਪਰ ਪਹਿਲਾਂ ਤਾਂ ਇਹ ਡਰਦਾ ਸੀ ਮਾਤਾ ਤੋਂ, ਮਨ ਵਿੱਚ ਖਿਆਲ ਆਉਂਦਾ ਸੀ, ਪਾਉਣੇ ਚਾਹੁੰਦਾ ਸੀ। ਇੱਕ ਦਿਨ ਕਹਿਓ ਅੰਗ ਮੈਂ ਧਾਰੋ, ਪੁਰ ਵਿਚਰੋ ਤਰ ਇਹਾ ਸੰਭਾਰੋ। ਇੱਕ ਦਿਨ ਫਿਰ ਇਹਨੇ ਮਾਤਾ ਜੀ ਨੂੰ ਕਹਿ ਦਿੱਤਾ, ਕਹਿੰਦਾ ਮਾਤਾ ਜੀ ਆਹ ਜਿਹੜੇ ਸ਼ਾਸਤਰ ਪਏ ਆ ਪਲੰਘੇ ਤੇ ਸਜਾ ਕੇ ਰੱਖੇ, ਮੈਂ ਇਹਨਾਂ ਨੂੰ ਸਰੀਰ ਤੇ ਧਾਰਨ ਕਰ ਲਵਾਂ, ਪਿੰਡ ਵਿੱਚ ਗੇੜਾ ਫੇੜਾ ਮਾਰ ਕੇ ਆਉਣਾ ਦਿੱਲੀ ਦੇ ਵਿੱਚ ਪਹਿਨ ਕੇ। ਮੰਨਤਾ ਮੇਰੀ ਹੋਈ ਸਵਾਈ, ਮਾਨੇ ਸਿੱਖ ਸੰਗਤ ਸੁਮਦਾਈ। ਔਰ ਹੁਣ ਤਾਂ ਸਿੱਖ ਸੰਗਤਾਂ ਮੈਨੂੰ ਮੰਨਦੀਆਂ ਹਨ, ਪਿਆਰ ਕਰਦੀਆਂ ਹਨ ਔਰ ਮੇਰੀ ਹੋਰ ਵੀ ਵਡਿਆਈ ਹੋਵੇਗੀ। ਗੁਰ ਕੇ ਸ਼ਾਸਤਰ ਧਰੇ ਤਨ ਹੇਰੇ, ਜਾਣੇ ਸਕਲ ਪ੍ਰਤਾਪ ਬਡੇਰੇ। ਜਦੋਂ ਇਹ ਗੁਰੂ ਦੇ ਸ਼ਾਸਤਰ ਮੈਂ ਸਰੀਰ ਤੇ ਧਾਰਨ ਕਰਾਂਗਾ, ਕਹਿੰਦਾ ਮੇਰਾ ਹੋਰ ਵੀ ਪ੍ਰਤਾਪ ਵਧੂਗਾ। ਉਦਤ ਮਾਤ ਸੁੰਦਰੀ ਵਰਜਿਓ, ਬਾਰ ਬਾਰ ਝਿਰਕਿਓ ਅਰ ਤਰਜਿਓ। ਇਹ ਹੱਦ ਸੀ, ਇਹ ਹੱਦ ਟੱਪਣ ਲੱਗਿਆ ਤੇ ਮਾਤਾ ਸੁੰਦਰ ਕੌਰ ਜੀ ਕਹਿੰਦੇ ਇਹਦੇ ਨਾਲ ਫਿਰ ਲੜ ਪਏ। ਕਹਿੰਦੇ ਤੂੰ ਇਹ ਕੀ ਸੋਚਿਆ, ਇਹ ਸ਼ਾਸਤਰ ਪਹਿਨਣ ਵਾਸਤੇ ਨਹੀਂ ਹੈ, ਇਹ ਤਾਂ ਸਤਿਕਾਰ ਕਰਨ ਵਾਸਤੇ ਹੈ, ਗੁਰੂ ਕੀ ਨਿਸ਼ਾਨੀ ਹੈ ਵੱਡੇ ਗੁਰੂਆਂ ਦੀ। ਔਰ ਮੇਰੇ ਪਤੀ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਇਹ ਪੂਜਣ ਵਾਸਤੇ ਸਤਿਕਾਰ ਕਰਨ ਵਾਸਤੇ ਆ, ਇਹ ਪਹਿਨਣ ਵਾਸਤੇ ਨਹੀਂ ਹੈਗੇ। ਯੁੱਧ ਸਭ ਪੂਜਨ ਜੋਗ, ਗੁਰ ਕੀ ਸਮ ਜਾਣੇ ਸਿੱਖ ਲੋਗ। ਸਿੱਖ ਸੰਗਤਾਂ ਇਹਨਾਂ ਸ਼ਾਸਤਰਾਂ ਨੂੰ ਗੁਰੂ ਦਾ ਰੂਪ ਜਾਣਦੀਆਂ ਹਨ, ਗੁਰੂ ਵਰਗੇ ਜਾਣਦੀਆਂ ਹਨ, ਗੁਰੂ ਸਾਹਿਬ ਦਾ ਹੀ ਸਰੂਪ ਹੈ। ਜਦੋਂ ਅਸੀਂ ਪੰਜੇ ਕਕਾਰ ਸਰੀਰ ਤੇ ਧਾਰਨ ਕਰਦੇ ਹਾਂ, ਕੇਸਾਂ ਨੂੰ ਵਾਹੁੰਦੇ ਹਾਂ, ਕੰਘਾ ਫੇਰਦੇ ਹਾਂ ਤੇ ਗੁਰੂ ਯਾਦ ਆਉਂਦਾ। ਇਸੇ ਕਰਕੇ ਕੇਸ ਗੁਰੂ ਕੀ ਮੋਹਰ, ਕੜਾ ਹੱਥ ਵਿੱਚ ਪਾਇਆ, ਸੱਜੇ ਹੱਥ ਵਿੱਚ ਕੜਾ ਪਾਇਆ ਤੇ ਸਰਬਲੋਹ ਦਾ ਕੜਾ ਸਾਨੂੰ ਇਹ ਯਾਦ ਕਰਾਉਂਦਾ, ਸਿੱਖਾ ਤੂੰ ਗੁਰੂ ਦੇ ਹੁਕਮ ਵਿੱਚ ਹੈ, ਇਹ ਕੜਾ ਤੈਨੂੰ ਗੁਰੂ ਦੇ ਹੁਕਮ ਵਿੱਚ ਵੱਜਿਆ ਹੋਇਆ, ਤੂੰ ਕੋਈ ਇਹ ਸੱਤ ਨਾਲ ਗਲਤ ਕਰਮ ਨਹੀਂ ਕਰਨਾਗਾ। ਇਸ ਤਰ੍ਹਾਂ ਇਹ ਪੰਜੇ ਕਕਾਰ ਜਿਹੜੇ ਹਨ ਸਾਨੂੰ ਗੁਰੂ ਦੀ ਯਾਦ ਦਿਵਾਉਂਦੇ ਹੈ।
ਤਾਂ ਸਤਿਗੁਰੂ ਪਾਤਸ਼ਾਹ ਜੀ ਦੇ ਇਹਨਾਂ ਬਚਨਾਂ ਨੂੰ ਮਾਤਾ ਸੁੰਦਰ ਕੌਰ ਜੀ ਯਾਦ ਰੱਖਦੇ ਹੋਏ ਕਹਿੰਦੇ, ਭਲਿਆ ਸਿੱਖ ਸੰਗਤਾਂ ਇਹਨਾਂ ਨੂੰ ਗੁਰੂ ਦਾ ਸਰੂਪ ਜਾਣਦੀਆਂ, ਸਤਿਕਾਰ ਨਾਲ ਨਮਸਕਾਰਾਂ ਕਰਨੀਆਂ, ਮੱਥੇ ਟੇਕਦੀਆਂ, ਇਹ ਪਹਿਨਣੇ ਨਹੀਂ। ਮਾਮ ਪਿਤ ਕੇ ਜੋ ਹੈ ਪਿਤਾਮਾ, ਜਿਨ ਕੋ ਸੋ ਜਸ ਜਗਤ ਅਭਿਰਾਮਾ। ਜੋ ਮੇਰੇ ਪਤੀ ਦਾ ਪਿਤਾਮਾ ਦਾਦਾ ਸੀ, ਭਾਵ ਹਰਗੋਬਿੰਦ ਸਾਹਿਬ, ਜਿਸ ਦੀ ਸਿਫਤ ਸਾਰੀ ਦੁਨੀਆ ਵਿੱਚ ਫੈਲੀ ਹੋਈ ਆ। ਇਨਕੇ ਅੰਕ ਸ਼ਾਸਤਰੇ ਹੋ ਲਾਗੇ, ਆਤੇ ਪੂਜਨੇ ਅਨੁਰਾਗੇ। ਇਹ ਸ਼ਾਸਤਰ ਉਹਨਾਂ ਦੇ ਸਰੀਰ ਦੇ ਨਾਲ ਲੱਗੇ ਹੋਏ ਹਨ, ਉਹਨਾਂ ਦੇ ਅੰਗ ਨਾਲ ਲੱਗੇ ਹੋਏ ਹਨ। ਇਹ ਸਤਿਕਾਰਯੋਗ ਸੰਭਾਲ ਕੇ ਰੱਖਣ ਵਾਸਤੇ ਹਨ, ਇਹ ਕਿਸੇ ਹੋਰ ਦੇ ਪਹਿਨਣ ਯੋਗ ਨਹੀਂ। ਤੂੰ ਨਹੀਂ ਇਹਨਾਂ ਨੂੰ ਪਹਿਨ ਸਕਦਾ। ਜਿਨ ਕੋ ਪੂਜਤ ਸਤਿਗੁਰ ਰਹੇ, ਕਿਮ ਸੋ ਮਾਨੀਏ ਨਹਿ ਲਹੇ। ਇਹਨਾਂ ਸ਼ਸਤਰਾਂ ਦਾ ਸਤਿਕਾਰ ਤਾਂ ਮੇਰੇ ਪਤੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਕੀਤਾ ਹੈ, ਤੇ ਤੂੰ ਕਿਵੇਂ ਇਹਨਾਂ ਨੂੰ ਮੰਗ ਲਿਆ ਪਾਉਣ ਵਾਸਤੇ? ਤੂੰ ਮਤ ਮੰਦ ਸ਼ਕਤ ਅਸ ਕਹਾ, ਤਨ ਸਜਾਇਬੇ ਗਰਬਤ ਮਹਾ। ਤੇਰੀ ਏਡੀ ਮਤ ਨਹੀਂ ਹੈ, ਇਹ ਗੱਲ ਸੋਚੀ ਤੇ ਸੋਚੀ ਕਿਵੇਂ? ਤੇਰੇ ਵਿੱਚ ਉਹ ਸ਼ਕਤੀ ਕਿੱਥੇ ਹੈ ਇਹਨਾਂ ਸ਼ਸਤਰਾਂ ਨੂੰ ਪਹਿਨਣ ਵਾਲੀ? ਤੇਰੇ ਅੰਦਰ ਹੰਕਾਰ ਆ ਗਿਆ। ਅਬ ਜੋ ਨਾਮ ਲੀਨ ਸੋ ਲੀਨ, ਕਹੋ ਨਾ ਪੁੰਨ ਪਹਿ ਦੁਖ ਪੀਨ। ਅੱਜ ਤਾਂ ਤੂੰ ਇਹ ਮੰਗ ਲਿਆ ਸ਼ਸਤਰ ਪਾਉਣ ਵਾਸਤੇ, ਐਦੋਂ ਮੁੜ ਕੇ ਗੱਲ ਸੋਚਣੀ ਵੀ ਨਹੀਂ, ਕਹਿਣੀ ਵੀ ਨਹੀਂ। ਐਵੇਂ ਦੁੱਖ ਨਾ ਦੇ ਮੈਨੂੰ ਇਹ ਗੱਲ ਕਹਿ ਕੇ। ਆਪਨੋ ਆਪ ਜਾਣ ਕਰ ਮੰਦਾ, ਕਿਉਂ ਨਾ ਹਟਤ ਤੈ ਮੂੜ ਬਿਲੰਦਾ। ਤੂੰ ਸੋਚ, ਕਿੱਥੇ ਮੇਰੇ ਸਤਿਗੁਰੂ ਹਰਗੋਬਿੰਦ ਸਾਹਿਬ, ਕਿੱਥੇ ਮੇਰੇ ਪਤੀ ਗੁਰੂ ਗੋਬਿੰਦ ਸਿੰਘ ਜੀ, ਤੇ ਕਿੱਥੇ ਤੂੰ? ਠੀਕ ਹੈ, ਤੈਨੂੰ ਅਸੀਂ ਰੱਖ ਲਿਆ ਪਿਆਰ ਨਾਲ, ਆਪਦਾ ਜਾਣ ਕੇ ਗੋਦ ਲਿਆ, ਪਰ ਤੂੰ ਉਹਦੇ ਬਰਾਬਰ ਨਹੀਂ ਹੈ। ਇਤੀ ਆਦਿਕ ਕਹਿ ਕੇ ਕੱਟ ਬੈਨ, ਪਤ ਕੋ ਸਿਮਰ ਭਰੇ ਜੁਗ ਨੈਣ। ਇੰਨੀ ਗੱਲ ਕਹਿ ਕੇ ਮਾਤਾ ਸੁੰਦਰੀ ਜੀ ਚੁੱਪ ਕਰ ਗਏ, ਤੇ ਅੱਖਾਂ 'ਚੋਂ ਪਾਣੀ ਵਹਿ ਆਇਆ, ਤੇ ਨਾਲੇ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਯਾਦ ਆ ਗਈ। ਜਿਸ ਵੇਲੇ ਮਾਤਾ ਜੀ ਨੇ ਕਿਹਾ ਸੀ ਕਿ ਮੈਨੂੰ ਇਹ ਪੁੱਤਰ ਲੈ ਦਿਓ, ਮੈਂ ਜੀ ਲਾ ਲਊਂਗੀ, ਪਾਤਸ਼ਾਹ ਨੇ ਕਿਹਾ ਸੀ, ਸੁੰਦਰੀ ਕਿਸੇ ਦੇ ਪੁੱਤ ਆਪਦੇ ਪੁੱਤ ਨਹੀਂ ਬਣਿਆ ਕਰਦੇ ਕਦੇ ਵੀ। ਉਹ ਗੱਲ ਇਹਦੇ ਵਿੱਚ ਨਹੀਂ ਬਣਨੀ। ਤੁਸੀਂ ਚਿੱਤ ਲਾਉਣਾ ਹੈ ਤੇ ਗੁਰਬਾਣੀ ਨਾਲ ਲਾਓ, ਬਾਣੀ ਪੜ੍ਹਿਆ ਕਰੋ। ਉਸ ਵੇਲੇ ਮੈਨੂੰ ਬਹੁਤ ਰੋਕਿਆ ਸੀਗਾ, ਪਰ ਮੈਂ ਜਿੱਦ ਕਰਕੇ ਤੈਨੂੰ ਰੱਖਿਆ ਸੀ। ਇਹ ਗੱਲ ਯਾਦ ਕਰਕੇ ਅੱਖਾਂ 'ਚੋਂ ਪਾਣੀ ਵਹਿਣ ਲੱਗਿਆ। ਸੁਣ ਅਜੀਤ ਸਿੰਘ ਗਰਭ ਤਰੰਤਾ, ਕਟਬਾ ਕਨ ਕੋ ਨਹੀਂ ਸਹੰਤਾ। ਹੁਣ ਬਚਪਨ ਦੇ ਵਿੱਚ ਤਾਂ ਜਵਾਕ ਝਿੜਕ ਖਾ ਕੇ ਚੁੱਪ ਕਰ ਜਾਂਦਾ, ਪਰ ਹੁਣ ਤਾਂ ਇਹ ਵੱਡਾ ਹੋ ਗਿਆ, ਜਵਾਨ ਹੋ ਗਿਆ। ਮਾਤਾ ਜੀ ਦੇ ਇਹ ਜੋ ਝੜਕਣ ਵਾਲੇ ਜਿਹੜੇ ਬਚਨ ਸਨ, ਇਹ ਤੋਂ ਝੱਲੇ ਨਾ ਗਏ। ਚਮਤਰ ਹੱਥ ਕਹੇ ਡਿਗ ਹੋਏ, ਮਾਤਾ ਕੀ ਛਾਤੀ ਕੋ ਜੋਏ। ਔਰ ਗੁੱਸੇ ਵਿੱਚ ਆ ਕੇ ਇਸਨੇ ਜਮਤਰ ਨੂੰ ਹੱਥ ਪਾਇਆ ਤੇ ਮਾਤਾ ਵੱਲ ਵਗਾਈਆ। ਮਾਰਨ ਚਹਿਤ ਤਰ ਦੁਰਮਤੀ, ਲਖੇ ਨਾ ਪੂਰਬ ਕੀਨ ਜੋ ਗਤੀ। ਔਰ ਇਸ ਮੂਰਖ ਨੂੰ ਇਹ ਨਹੀਂ ਪਤਾ ਕਿ ਇਸ ਮਾਂ ਨੇ ਮੈਨੂੰ ਵੱਡੀ ਕੀਤਾ, ਪਾਲ ਪੋਸ ਕੇ ਵੱਡਾ ਕੀਤਾ, ਮੈਨੂੰ ਸਤਿਕਾਰ ਦਿਵਾਇਆ। ਇਸ ਮਾਂ ਦੇ ਕਰਕੇ ਭਾਵ ਹੰਕਾਰ ਦੇ ਵਿੱਚ ਆ ਗਏ। ਇਹਨਾਂ ਸ਼ਾਸਤਰਾਂ ਨੂੰ ਲੈ ਕੇ ਹੰਕਾਰ ਵਿੱਚ ਆਇਆ, ਤੇ ਅਸਲ ਦੇ ਵਿੱਚ ਜਦੋਂ ਕਿਸੇ ਦੀ ਮੌਤ ਹੁੰਦੀ ਹੈ ਨੇੜੇ, ਉਹ ਪੁੱਠੇ ਪਾਸੇ ਚੱਲ ਪੈਂਦਾ ਹੈ। ਸ਼ਾਇਦ ਇਹਦਾ ਵੀ ਸਮਾਂ ਨੇੜੇ ਆ ਗਿਆ ਲੱਗਦਾ। ਇਹ ਮਾਤਾ ਜੀ ਦੇ ਹੁਕਮ ਨੂੰ ਮੰਨੋ, ਇਨਕਾਰੀ ਹੁੰਦਾ ਜਾਂਦਾ ਹੈ, ਗੱਲ ਨਹੀਂ ਸੁਣਦਾ ਮਾਤਾ ਦੀ, ਔਰ ਮਨਮਰਜ਼ੀ ਕਰਨ ਲੱਗਿਆ। ਤੇ ਅਲਪ ਸਮੀਪੀ ਲੋਗ, ਅਵਲੋਕਤ ਬਹੁ ਬਨਤ ਅਜੋਗ। ਔਰ ਨੇੜੇ ਬੈਠੀਆਂ ਸੰਗਤਾਂ ਨੇ ਵੀ ਇਹਨੂੰ ਝਿੜਕਿਆ, ਸਮਝਾਇਆ, ਤੂੰ ਕੀ ਕਰਦਾ ਹੈ? ਕਾਹੇ ਝਗੜਤ ਹੋ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਹੋ, ਤਿਨ ਸਿਓ ਝਗੜਤ ਪਾਪ। ਇਹਨਾਂ ਮਾਂ ਪਿਓ ਨੇ ਸਾਨੂੰ ਪਾਲ ਪੋਸ ਕੇ ਵੱਡਾ ਕੀਤਾ, ਇਹਨਾਂ ਨਾਲ ਲੜਨਾ ਚੰਗਾ ਨਹੀਂ ਹੈ। ਇਹ ਗੱਲ ਗੁਰੂ ਪਿਆਰਿਓ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪ੍ਰਿਥੀ ਚੰਦ ਦੇ ਪ੍ਰਥਾਏ ਕਹੀ ਸੀ। ਜਦੋਂ ਬਾਬਾ ਬੁੱਢਾ ਜੀ ਨੇ ਗੁਰਤਾ ਗੱਦੀ ਦਾ ਤਿਲਕ ਪੰਜਵੇਂ ਪਾਤਸ਼ਾਹ ਨੂੰ ਦਿੱਤਾ, ਤੇ ਪ੍ਰਿਥੀ ਚੰਦ ਵੀ ਇਸੇ ਤਰ੍ਹਾਂ ਕੌੜੇ ਬਚਨ ਬੋਲ ਕੇ ਗੁਰੂ ਰਾਮਦਾਸ ਪਾਤਸ਼ਾਹ ਜੀ ਨਾਲ ਉੱਚਾ ਨੀਵਾਂ ਬੋਲਿਆ ਸੀ। ਤੋ ਉਸ ਵੇਲੇ ਦੇ ਸੀਨ ਨੂੰ ਪਾਤਸ਼ਾਹ ਜੀ ਨੇ ਸ਼ਬਦ ਦੇ ਵਿੱਚ ਬੰਨਿਆ ਸਾਡੇ ਸਾਰਿਆਂ ਵਾਸਤੇ ਕਿ ਮਾਂ ਪਿਓ ਜਿਹੜਾ ਹੈ, ਜਿਹਦੀ ਕਿਰਪਾ ਸਦਕਾ ਹੀ ਸੰਸਾਰ ਦੇਖਿਆ, ਜਿਨ੍ਹਾਂ ਨੇ ਪਾਲ ਪੋਸ ਕੇ ਵੱਡਾ ਕੀਤਾ, ਉਹਨਾਂ ਨਾਲ ਲੜਨਾ ਚੰਗਾ ਨਹੀਂ। ਕਾਹੇ ਪੋਤ ਝਗੜਤ ਹੋ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਹੋ, ਤਿਨ ਸਿਓ ਝਗੜਤ ਪਾਪ। ਜਦੋਂ ਇਹ ਪਾਲਕ ਪੁੱਤਰ ਅਜੀਤ ਸਿੰਘ ਮਾਤਾ ਜੀ ਦੇ ਨਾਲ ਗੁੱਸੇ ਹੋ ਗਿਆ ਹੈ, ਤੇ ਸੰਗਤਾਂ ਨੇ ਵੀ ਕੋਲੇ ਬੈਠਿਆ,
ਦੇਖਿਆ ਤੇ ਇਹਨੂੰ ਰੋਕਣਾ ਕੀਤਾ, ਤੂੰ ਕਰਦਾ ਕੀ ਆ? ਭਾਈ ਅਜੀਤ ਸਿੰਘ ਕੋ ਗਹਿਓ ਏ ਕ੍ਰਿਤ ਤੁਵ ਬਨ ਆਏ ਨਾ ਲਹਿਓ। ਔਰ ਕਹਿੰਦੇ ਇਹ ਤਾਂ ਗਲਤ ਗੱਲ ਹੈ। ਜਦੋਂ ਮਾਤਾ ਕਹਿ ਰਹੀ ਹੈ ਕਿ ਸ਼ਾਸਤਰ ਕੇਵਲ ਸਤਿਕਾਰ ਕਰਨ ਵਾਸਤੇ ਹਨ, ਦਰਸ਼ਨ ਕਰਨ ਵਾਸਤੇ ਆ, ਮੱਥਾ ਟੇਕਣ ਵਾਸਤੇ ਆ, ਇਹਨਾਂ ਨੂੰ ਕੋਈ ਵੀ ਸਰੀਰ ਤੇ ਧਾਰਨ ਨਹੀਂ ਕਰ ਸਕਦੇ ਆ। ਯਾਦ ਕਰੋ ਭਾਈ ਰੂਪ ਸਿੰਘ ਤੇ ਭਾਈ ਸੱਧੂ ਸਿੰਘ, ਇਹ ਦੋਨੇ ਪਿਓ ਪੁੱਤਰ ਗੁਰੂ ਪਿਆਰਿਓ, ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਿੱਖ। ਇੱਕ ਦਿਨ ਸਤਿਗੁਰਾਂ ਨੇ ਖੁਸ਼ੀ ਵਿੱਚ ਆ ਕਰਕੇ ਭਾਈ ਰੂਪਚੰਦ ਦੇ ਪਿਤਾ ਨੂੰ, ਗੁਰੂ ਪਿਆਰਿਓ, ਆਪਣਾ ਘੋੜਾ, ਇੱਕ ਚੋਲਾ ਤੇ ਇੱਕ ਸ੍ਰੀ ਸਾਹਿਬ ਦੇ ਦਿੱਤਾ। ਔਰ ਤੁਰੇ ਜਾ ਰਹੇ ਸੀ, ਜਥਾ ਵੀ ਜਾ ਰਿਹਾ ਸੀ ਨਾਲ। ਔਰ ਇਹਨਾਂ ਨੇ ਚੋਲੇ ਨੂੰ ਤਹਿ ਮਾਰ ਕੇ ਸਿਰ ਤੇ ਰੱਖ ਲਿਆ, ਸ੍ਰੀ ਸਾਹਿਬ ਨੂੰ ਵੀ ਸਿਰ ਤੇ ਰੱਖ ਲਿਆ ਇੱਕ ਹੱਥ ਨਾਲ, ਤੇ ਇੱਕ ਹੱਥ ਨਾਲ ਘੋੜੇ ਦੀਆਂ ਲਗਾਮਾਂ ਫੜ ਕੇ ਤੁਰ ਪਏ। ਦੂਜੇ ਸਿੱਖਾਂ ਨੇ ਕਿਹਾ, ਭਲਿਆ ਇਹ ਚੋਲਾ ਪਹਿਨਣ ਵਾਸਤੇ ਤਾਂ ਗਾਤਰੇ ਪਾਏ ਨਾ ਤਲਵਾਰ ਵੀ, ਤੇ ਘੋੜੇ ਤੇ ਚੜ੍ਹ ਜਾ। ਕਹਿੰਦਾ ਨਹੀਂ ਨਹੀਂ, ਇਹ ਗੁਰੂ ਸਾਹਿਬ ਦੀ ਦਾਤ ਹੈ, ਇਹ ਮੈਨੂੰ ਸੇਵਾ ਕਰਨ ਵਾਸਤੇ ਮਿਲੀ ਹੈ, ਮੈਂ ਇਸ ਨੂੰ ਸਰੀਰ ਤੇ ਧਾਰਨ ਨਹੀਂ ਕਰੂੰਗਾ। ਕਿਸੇ ਨੇ ਛੇਵੇਂ ਪਾਤਸ਼ਾਹ ਨੂੰ ਦੱਸਦਾ, ਮਹਾਰਾਜ ਉਹ ਭੋਲਾ ਸਿੱਖ ਜਿਹਨੂੰ ਤੁਸੀਂ ਚੋਲਾ ਤੇ ਸ੍ਰੀ ਸਾਹਿਬ ਦਿੱਤਾ, ਘੋੜਾ ਦਿੱਤਾ, ਉਹ ਫਿਰ ਵੀ ਤੁਰਿਆ ਜਾਂਦਾ, ਉੱਤੇ ਨਹੀਂ ਚੜ੍ਹਦਾ, ਨਾ ਤਲਵਾਰ ਉਸਨੇ ਗਾਤਰੇ ਪਹਿਨੀ ਆ ਸ੍ਰੀ ਸਾਹਿਬ। ਤੇ ਹਰਗੋਬਿੰਦ ਸਾਹਿਬ ਪਾਤਸ਼ਾਹ ਕਹਿਣ ਲੱਗੇ, ਸਿੱਖਾ ਤੂੰ ਇਹ ਕੱਪੜੇ ਚੋਲਾ ਧਾਰਨ ਕਿਉਂ ਨਹੀਂ ਕੀਤਾ, ਘੋੜੇ ਤੇ ਕਿਉਂ ਨਹੀਂ ਚੜ੍ਹਦਾ? ਕਹਿੰਦੇ ਮਹਾਰਾਜ ਤੁਹਾਡੀ ਬਖਸ਼ੀ ਦਾਤ ਤਾਂ ਸਤਿਕਾਰਯੋਗ ਹੁੰਦੀ ਹੈ, ਪੂਜਨਯੋਗ ਹੁੰਦੀ ਹੈ, ਮੈਂ ਘੋੜੇ ਦੀ ਸੇਵਾ ਕਰੂੰਗਾ ਤੁਹਾਡੇ ਦੀ, ਪਰ ਮੈਂ ਇਹਦੇ ਉੱਤੇ ਨਹੀਂ ਚੜ੍ਹੂੰਗਾ। ਇਹ ਸ੍ਰੀ ਸਾਹਿਬ ਵੀ ਮੈਂ ਆਪਣੇ ਕੋਲ ਸੰਭਾਲ ਕੇ ਰੱਖਾਂਗਾ, ਦਰਸ਼ਨ ਕਰਾਂਗਾ। ਉਸ ਵੇਲੇ ਛੇਵੇਂ ਪਾਤਸ਼ਾਹ ਨੇ ਕਿਹਾ ਸੀਗਾ, ਚੰਗਾ ਫਿਰ ਤੁਹਾਡੀ ਜਿਹੜੀ ਹੈ ਜਵਾਨ ਇਹੋ ਹੀ ਤਲਵਾਰ ਦਾ ਕੰਮ ਕਰੇਗੀ, ਅੱਜ ਤੋਂ ਬਾਅਦ ਜੋ ਬੋਲਿਆ ਕਰੋਗੇ ਉਹ ਪੂਰਾ ਹੋਇਆ ਕਰੇਗਾ। ਕਹੋ ਸਤਨਾਮ ਸਿੰਘ। ਤੇ ਇੱਕ ਆਹ ਹੈ ਅਜੀਤ ਸਿੰਘ, ਜਿਹੜਾ ਮਾਤਾ ਨੇ ਗੋਦ ਲੈ ਕੇ ਪਾਲਿਆ ਹੈ, ਇਹ ਉਹ ਸ਼ਾਸਤਰ ਗਾਤਰੇ ਪਾਉਣ ਨੂੰ ਫਿਰਦਾ ਹੈ। ਪਾਲਿਓ ਜਿਨ ਕੀ ਨ ਬਡੇਰਾ ਤਹਿ ਮਾਰਿਓ ਚੈ ਪਾਪ ਕਨੇਰਾ। ਔਰ ਸੰਗਤਾਂ ਨੇ ਇਸ ਨੂੰ ਫੜਿਆ, ਸਮਝਾਇਆ, ਮੂਰਖਾ ਇਹ ਮਾਤਾ ਦੀ ਕਿਰਪਾ ਸਦਕਾ ਤੈਨੂੰ ਸਾਰਾ ਸੁੱਖ ਸਹੂਲਤਾਂ, ਇਹ ਸਾਰੀ ਜਿਹੜਾ ਸਤਿਕਾਰ ਮਿਲਦਾ ਇਹ ਮਾਤਾ ਦੀ ਕਿਰਪਾ ਨਾਲ ਹੈ। ਸਤਿਗੁਰ ਕਰਨੀ ਬ੍ਰਿਧ ਮਾਏ ਪਤੀ ਨੇ ਜਗ ਕੀ ਸੁਖਦਾਏ। ਗੁਰੂ ਨਾਨਕ ਦੇ ਘਰ ਦੀ ਇਹ ਮਾਤਾ ਗੁਰੂ ਗੋਬਿੰਦ ਸਿੰਘ ਜੀ ਦੀ ਸੁਪਤਨੀ ਹੈ, ਵੱਡੀ ਉਮਰ ਹੋ ਗਈ ਮਾਤਾ ਸੁੰਦਰ ਕੌਰ ਜੀ ਦੀ। ਇਹ ਮਾਤਾ ਪੂਜਨਯੋਗ ਹੈ, ਤੂੰ ਇਸ ਨਾਲ ਲੜਦਾ ਹੈ। ਕਿ ਨਹੀਂ ਤੁਰਕ ਕੋ ਰਾਜ ਕਰੇ ਆਜ ਹੀ ਤੋਹੇ ਕੋ ਕਾਜ। ਤੂੰ ਇੱਥੇ ਤੁਰਕਾਂ ਦੇ ਰਾਜ ਨੂੰ ਵੇਖਦਾ ਹੈ, ਤੇ ਜੇ ਤੂੰ ਬਚਿਆ ਹੈ ਤੇ ਕੇਵਲ ਮਾਤਾ ਜੀ ਦੀ ਸੰਗਤਾਂ ਦੀ ਕਿਰਪਾ ਨਾਲ ਬਚਿਆ ਹੈ, ਨਹੀਂ ਤਾਂ ਐਸਾ ਨਾ ਹੋਵੇ। ਪਿਓ ਜੀਤ ਸਿੰਘ ਤਬ ਕਹੈ ਮੁਝ ਕੋ ਵਰਜਤ ਤਰਜਤ ਰਹੈ। ਹੁਣ ਇਹ ਗੁੱਸਾ ਵਿਖਾਉਣ ਲੱਗਿਆ, ਕਹਿਣ ਲੱਗਿਆ ਇਹ ਮਾਤਾ ਮੈਨੂੰ ਰੋਜ਼ ਹੀ ਵਰਜ ਦਿੰਦੀ ਹੈ, ਰੋਕ ਦਿੰਦੀ ਹੈ, ਤਰਜਤ ਰਹੈ ਮੈਨੂੰ ਝਿੜਕਦੀ ਰਹਿੰਦੀ ਆ। ਮੈਂ ਇੱਕ ਬਾਰ ਦਿਓ ਇਸ ਮਾਰੀ ਪਲਟਾ ਦਿਓ ਦੀਤ ਬਹੁਗਾਰੀ। ਮੈਨੂੰ ਗਾਲਾਂ ਬੜੀਆਂ ਦਿੰਦੀ ਆ, ਮੈਨੂੰ ਝਿੜਕਦੀ ਰਹਿੰਦੀ ਆ। ਹੁਣ ਬਚਪਨ ਵਿੱਚ ਤਾਂ ਵੇਖਿਆ ਨਹੀਂ, ਹੁਣ ਜਵਾਨੀ ਵਿੱਚ ਆ ਕੇ ਉਹ ਗਾਲਾਂ ਇਹਨੂੰ ਭੈੜੀਆਂ ਲੱਗਦੀਆਂ, ਜਿਸ ਮਾਤਾ ਨੇ ਪਾਲ ਕੇ ਏਡਾ ਵੱਡਾ ਕੀਤਾ। ਕਹਿਣ ਲੱਗਿਆ ਮੈਨੂੰ ਝਿੜਕਦੀ ਰਹਿੰਦੀ ਹੈ, ਮੈਂ ਇੱਕੋ ਵਾਰੀ ਮਾਰ ਕੇ ਕੰਮ ਮੁਕਾ ਦੇਗਾ। ਮੈਂ ਰੋ ਕੇ ਜਾਓ ਬੁਲਾਏ ਕਹਿ ਤਨ ਦਿਓ ਲਿਓ ਬਖਸ਼ਾਏ। ਕਹਿਣ ਲੱਗਿਆ ਤੁਰਕਾਂ ਦਾ ਰਾਜ ਹੈ, ਮੈਂ ਭੱਜ ਜਾਵਾਂਗਾ, ਜਾਂ ਤੁਰਕਾਂ ਨੂੰ ਕਹਿਣਾ ਪੈਸੇ ਦੇ ਕੇ ਮੈਂ ਬਚ ਜਾਵਾਂਗਾ। ਸ਼ਾਸਤਰਨ ਧਾਰਨੇ ਤਨ ਮੇ ਚਾਹਾ ਕਿਉ ਇਨ ਕ੍ਰੋਧ ਕੀਨ ਮਨ ਮਾਹਾ। ਮੈਂ ਕੀ ਮਾੜੀ ਗੱਲ ਕਹੀ ਆ, ਮੈਂ ਇਸ ਸ਼ਾਸਤਰ ਸਰੀਰ ਤੇ ਧਾਰ ਕਰਕੇ ਵੇਖਣੇ ਸਨ, ਇਹਨਾਂ ਨੇ ਮੈਨੂੰ ਰੋਕਿਆ ਕਿਉਂ? ਮੁਝ ਕੋ ਦੇਖ ਸਕੇ ਨ ਕੈਸੇ ਪ੍ਰਭਤਾ ਸਹਿ ਨਾ ਸਕੇ ਮਨ ਤੈਸੇ। ਕਹਿਣ ਲੱਗਿਆ ਇਸ ਮਾਤਾ ਤੋਂ ਮੇਰੀ ਜਿਹੜੀ ਵਡਿਆਈ ਆ ਹੁਣ ਝੱਲੀ ਨਹੀਂ ਜਾਂਦੀ, ਇਹ ਮੈਨੂੰ ਦੇਖ ਨਹੀਂ ਸਕਦੀ। ਮਾਤਾ ਸੁੰਦਰੀ ਰਿਸ ਧਾਰੀ ਘੋਰ ਸ਼ਰਾਫ ਜੁਤ ਗਿਰਾ ਉਚਾਰੀ। ਅਕਸਰ ਗੁਰੂ ਸੁਪਤਨੀ ਹੈ, ਗੁਰੂ ਪਿਆਰਿਓ, ਜਿਹੜੀ ਅਧਿਆਤਮਕ ਸ਼ਕਤੀ ਉਹ ਤਾਂ ਸਾਰੇ ਪਰਿਵਾਰ ਵਿੱਚ ਹੀ ਵਰਤ ਜਾਂਦੀ ਹੈ। ਅਖੀਰ ਗੁਰੂ ਪਿਆਰਿਓ ਦੁਖੀ ਹੋਈ ਮਾਤਾ ਸੁੰਦਰ ਕੌਰ ਦੇ ਮੁਖ ਚੋਂ ਬਚਨ ਨਿਕਲਦਾ ਹੈ, ਜਵਾਨੀ ਕੋ ਭੋਗਨ ਕਰੈ ਦੁਖਤੀ ਧਰਮ ਹਾਰ ਕਰ ਮਰੈ। ਜਾਂ ਤੂੰ ਜਵਾਨੀ ਨਹੀਂ ਭੋਗੇਗਾ ਪੂਰੀ, ਔਰ ਤੂੰ ਉਸ ਤੋਂ ਪਹਿਲਾਂ ਹੀ
ਧਰਮ ਹਾਰ ਕੇ ਮਰੇਗਾ। ओहे दुदर्शा पुर में तेरी मरे को मौत नार नर हेरी। और तेरी दुर्दशा होवेगी तो ऐसी मौत मरेगा दुनिया देखेगी। इति यादक कै माता रोई पत की गिरा सिमर दुख पोई। और फिर माता जी ਦੀ ਅੱਖਾਂ 'ਚੋਂ ਪਾਣੀ ਵਹਿ ਤੁਰਿਆ। ਠੀਕ ਹੀ ਕਹਿੰਦਾ ਸੀ ਮੇਰਾ ਪਤੀ ਗੁਰੂ ਗੋਬਿੰਦ ਸਿੰਘ, ਠੀਕ ਹੀ ਕਹਿੰਦੇ ਸਨ ਬਈ ਕਿ ਇਹ ਬੱਚਾ ਤੇਰਾ ਬੱਚਾ ਨਹੀਂ ਬਣਨਾ, ਮੈਥੋਂ ਗਲਤੀ ਹੋਈ। सीना पालो संकट दह मैं न मानी चित पछते है। ਉਹ ਤਾਂ ਕਹਿੰਦੇ ਸੀ ਰਹਿਣ ਦਿਓ ਬੱਚਾ ਗੋਦ ਲੈਣ ਨੂੰ, ਨਾ ਲਓ ਇਸ ਨੂੰ, ਪਰ ਮੈਂ ਨਹੀਂ ਮੰਨਿਆ। अपने भाग खोट बढ़ जाने नीच गरीब कर तूषण ठाने। ਇਉਂ ਮਾਤਾ ਨੀਵੀਂ ਪਾ ਕੇ ਚੁੱਪ ਕਰਕੇ ਬੈਠ ਗਏ ਜੀ। शास्त्र उठाए सो अंतर राखे न दिए पूजन बिलाखे। ਔਰ ਮਾਤਾ ਜੀ ਨੇ ਸ਼ਾਸਤਰ ਜਿਹੜੇ ਹਨ ਸੰਭਾਲ ਦਿੱਤੇ ਹਨ, ਇਹਨੂੰ ਪਾਉਣ ਵਾਸਤੇ ਨਹੀਂ ਦਿੱਤੇ। मैं अजीत सिंह बोलन कीन बैठियो बहीर क्रोध मन लीन। ਔਰ ਇਹ ਵੀ ਮਾਤਾ ਦੇ ਨਾਲ ਨਹੀਂ ਬੋਲਿਆ, ਗੁੱਸੇ ਦੇ ਵਿੱਚ ਬਾਹਰ ਬੈਠਾ ਰਿਹਾ। तिस दिन मात ना कैस आहारा पत बच सिमर सिमर दुख भारा। ਔਰ ਇਸ ਦਿਨ ਮਾਤਾ ਜੀ ਨੇ ਪ੍ਰਸ਼ਾਦਾ ਵੀ ਨਾ ਛਕਿਆ, ਆਪਣੇ ਪਤੀ ਭਾਵ ਗੁਰੂ ਗੋਬਿੰਦ ਸਿੰਘ ਨੂੰ ਯਾਦ ਕਰਦੇ ਹਨ। सिख संगत में सुनियो बिरतांत इकट्ठे होए आए बुद्धवंत। ਜਦੋਂ ਦਿੱਲੀ ਦੀਆਂ ਸਿੱਖ ਸੰਗਤਾਂ ਨੂੰ ਪਤਾ ਲੱਗਿਆ ਹੈ ਤਾਂ ਇਕੱਠੇ ਹੋ ਕੇ ਸਿਆਣੇ ਸਿੱਖ ਆਉਂਦੇ ਹਨ। बंधन कर कर डिग होए तेरी बारंबार प्रभु तन करे। ਔਰ ਮਾਤਾ ਜੀ ਨੂੰ ਮੱਥਾ ਟੇਕ ਕੇ ਕੋਲ ਬੈਠਦੇ ਹਨ ਔਰ ਤਸੱਲੀ ਦਿੰਦੇ ਆ, ਕੋਈ ਨਹੀਂ ਮਾਤਾ ਜੀ ਫਿਕਰ ਨਾ ਕਰੋ, ਅਸੀਂ ਤੁਹਾਡੇ ਨਾਲ ਆ। सुन माता जी लीनो श्राप कहो अजीत सिंह दुख आप। ਜਿਹਨੂੰ ਪਿਛਲੇ ਸਮਿਆਂ ਤੋਂ ਲੋਕ ਵਰਸਰਾਫ ਕਹਿੰਦੇ ਆ, ਅਸਲ ਦੇ ਵਿੱਚ ਰੱਬ ਦੇ ਪਿਆਰੇ ਜਦੋਂ ਕਿਸੇ ਨੂੰ ਕੋਈ ਦੁਖੀ ਕਰਦਾ ਤੇ ਉਹਦੀ ਆਤਮਾ ਦੀ ਨਿਕਲੀ ਆਵਾਜ਼ ਹੈ ਜਿਹੜੀ ਉਹ ਫਿਰ ਪੂਰੀ ਹੋ ਜਾਂਦੀ ਹੈ। ਗੁਰੂ ਘਰ ਵਿੱਚ ਵਰਸਰਾਫ ਨੂੰ ਕੋਈ ਥਾਂ ਨਹੀਂ, ਪਰ ਪਾਤਸ਼ਾਹ ਦਾ ਬਚਨ ਹੈ ਕਿ ਨਦਰ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਇੰਦਾ। ਜਦੋਂ ਉਸ ਦੀ ਨਜ਼ਰ ਪੁੱਠੀ ਹੋ ਜਾਵੇ ਤੇ ਵੱਡੇ ਵੱਡੇ ਰਾਜਿਆਂ ਨੂੰ ਕਮਜ਼ੋਰ ਕਰ ਸਕਦਾ ਘਾਹ ਦੇ ਤੀਲੇ ਦੀ ਤਰ੍ਹਾਂ, ਤੇ ਜੇ ਨਜ਼ਰ ਸਿੱਧੀ ਹੋ ਜਾਵੇ ਤੇ ਦਾਤਾਂ ਬਖਸ਼ ਸਕਦਾ ਹੈ। ਇਸੇ ਕਰਕੇ ਜਦੋਂ ਅਸੀਂ ਕਿਸੇ ਦਾ ਦਿਲ ਦਿਖਾਵਾਂਗੇ ਤਾਂ ਗੁਰੂ ਅਰਜਨ ਦੇਵ ਜੀ ਸੋਹਣਾ ਬਚਨ ਲਿਖਦੇ ਆ, ਪਰ ਕਾ ਬੁਰਾ ਨਾ ਰਾਖੋ ਚੇਤ ਤੁਮ ਕੋ ਦੁੱਖ ਨਹੀਂ ਪਾਈ ਮੀਤ। ਜੇ ਕਿਸੇ ਨੂੰ ਦੁੱਖ ਦੇਵਾਂਗੇ ਤੇ ਉਸ ਦੀ ਵਾਪਸੀ ਸਾਨੂੰ ਦੁੱਖ ਹੀ ਮਿਲੇਗਾ, ਜੇ ਸੁੱਖ ਦੇਵਾਂਗੇ ਸੁੱਖ ਮਿਲੇਗਾ। ਇੱਥੇ ਵਰਸਰਾਪ ਦੀ ਕੋਈ ਗੱਲ ਨਹੀਂ, ਪਰ ਦੁਖੀ ਹੋਈ ਮਾਤਾ ਦੇ ਹਿਰਦੇ ਵਿੱਚੋਂ ਜਿਹੜੀ ਆਵਾਜ਼ ਨਿਕਲੀ ਹੈ ਉਹ ਵੀ ਆਲੀ ਨਹੀਂ ਜਾਂਦੀ। ਉਹ ਕਹਿੰਦੇ ਹੁੰਦੇ ਆ ਸਿਆਣੇ ਲੋਕ, ਕਹਿੰਦੇ ਮਾਂ ਦੀ ਦੁਆ ਜੇ ਮਿਲ ਜਾਵੇ ਤਾਂ ਗੁੱਡੀ ਅਰਸ਼ਾਂ 'ਤੇ ਚੜ੍ਹਾ ਸਕਦੀ ਹੈ, ਤੇ ਜੇ ਮਾਂ ਦਾ ਗੁੱਸਾ ਮਿਲ ਜਾਵੇ ਤੇ ਚੜ੍ਹੀ ਹੋਈ ਗੁੱਡੀ ਲਾਹ ਵੀ ਸਕਦੀ ਆ। ਕੋਈ ਸਤਿਨਾਮ, ਕਿਉਂਕਿ ਮਾਂ ਜਿਹੜੀ ਆ ਉਹ ਰੱਬ ਦਾ ਰੂਪ ਹੀ ਹੁੰਦੀ ਹੈ। ਇਸ ਕਰਕੇ ਮਾਤਾ ਪਿਤਾ ਦੀ ਸੇਵਾ ਕਰਕੇ ਅਸੀਂ ਕੁਝ ਲਾਹਾ ਖੱਟ ਸਕਦੇ ਹਾਂ। ਗੁਰੂ ਕਿਰਪਾ ਕਰਨ ਅੱਗੇ ਚੱਲੀਏ। ਕਹਿਣ ਲੱਗੇ ਇਹ ਵੀ ਬੈਠਾ ਸੋਚਾਂ 'ਚ ਪਿਆ, ਬਾਹਰ ਬੈਠਾ ਕਿ ਮਾਂ ਨੇ ਮੈਨੂੰ ਕਹਿ ਦਿੱਤਾ ਤੂੰ ਐਦਾਂ ਮਰੇਂਗਾ। तुमने पाल्यो इतक होवा गुर के सुत सम संगत जोवा। ਔਰ ਮਾਤਾ ਜੀ ਫਿਕਰ ਨਾ ਕਰੋ, ਕੋਈ ਨਾ, ਸੰਗਤ ਤੁਹਾਡੇ ਨਾਲ ਹੈ। ਤੁਸੀਂ ਤਾਂ ਪਾਲ ਕੇ ਇਹਨੂੰ ਐਡਾ ਵੱਡਾ ਕੀਤਾ, ਔਰ ਸੰਗਤ ਇਹਨੂੰ ਗੁਰੂ ਪੁੱਤਰ ਦੇ ਬਰਾਬਰ ਸਤਿਕਾਰ ਦਿੰਦੀ ਆ। पानी ने सब ही न मह पेहो लख्यो न कछु कृत कनि थियो। ਸਾਰੇ ਸਤਿਕਾਰ ਕਰਦੇ ਆ, ਪਰ ਇਹ ਅਕਿਰਤ ਘਣ ਨਿਕਲੇ ਆ। ਕਿਰਤ ਘਣੀ ਭਾਵ ਮਾਂ ਦੀ ਕੀਤੀ ਕਿਰਤ ਨੂੰ ਭੁਲਾ ਦਿੱਤਾ ਹੈ, ਇਹ ਅਕਿਰਤ ਘਣ ਹੋ ਗਿਆ ਹੈ, ਇਹਨੇ ਚੰਗਾ ਨਹੀਂ ਕੀਤਾ। गुर को प्रेम करो अब थोड़ा बिन से परियो जथा छितोरा। ਕੋਈ ਗੱਲ ਨਹੀਂ, ਦਿਲ ਦੇ ਵਿੱਚੋਂ ਇਹ ਗੱਲ ਕੱਢੋ, ਵੱਧ ਤੋਂ ਵੱਧ ਪ੍ਰੇਮ ਥੋੜਾ ਘੱਟ ਵੱਧ ਜਾਵੇਗਾ, ਖਤਮ ਹੋ ਜਾਵੇਗਾ ਪ੍ਰੇਮ। ਲੱਗਦਾ ਹੁਣ ਪ੍ਰੇਮ ਨਹੀਂ ਰਹਿਣਾ। अब लोको हम जोरत हाथ भोजना चो शांत चित साथ। ਸਿੱਖ ਸੰਗਤਾਂ ਮਾਤਾ ਜੀ ਨੂੰ ਪ੍ਰਸ਼ਾਦਾ ਛਕਣ ਦੇ ਵਾਸਤੇ ਬੇਨਤੀ ਕਰਦੀਆਂ ਹਨ। यादक कै बौसिक सारे नीठ नीठ कर चुहारे। ਇਉਂ ਸਿੱਖ ਸੰਗਤਾਂ ਨੇ ਬਾਰ-ਬਾਰ ਕਹਿ ਕਰਕੇ ਮਾਤਾ ਜੀ ਨੂੰ ਪ੍ਰਸ਼ਾਦਾ ਛਕਾਇਆ ਹੈ। बहु
ਪਛਤਾਵਤ ਰਾਤ ਬਿਤਾਈ ਪ੍ਰੀਤ ਪੁੱਤਰ ਸਮ ਕਰਤ ਖਟਾਈ। ਹੁਣ ਜਿਹੜੀ ਹੈ ਪਹਿਲਾਂ ਵਾਲੀ ਪ੍ਰੀਤੀ ਸੀ ਉਹ ਖਤਮ ਹੋ ਗਈ ਹੈ। ਪੁੱਤਰ ਵਾਲਾ ਪਿਆਰ ਜਿਹੜਾ ਮਾਤਾ ਦਿੰਦੀ ਸੀ ਉਹ ਨਿਕਲ ਗਿਆ ਦਿਲ ਦੇ ਵਿੱਚੋਂ। ਸਾਰੀ ਰਾਤ ਪਛਤਾਉਂਦਿਆਂ ਹੋਇਆਂ ਬਤੀਤ ਕਰਦੇ ਆ ਵੀ ਕਿਉਂ ਮੈਂ ਇਹਨੂੰ ਪਾਲਿਆ ਤੇ ਕਿਉਂ ਇਹ ਦੁੱਖ ਭੋਗੇ। ਤਿਮਹੀ ਕੇਤਕ ਦਿਵਸ ਬਿਤਾਏ ਤਿਮਹੀ ਲੇਤ ਦੇਤ ਸੁਖ ਪਾਏ। ਤਾਂ ਹੁਣ ਉਸੇ ਤਰ੍ਹਾਂ ਕੱਲ ਫੇਰ ਚੱਲਣ ਲੱਗੀ ਆ, ਦਿਨ ਬਤੀਤ ਹੁੰਦੇ ਜਾ ਰਹੇ ਹਨ। ਚੜਿਆ ਜੀਤ ਸਿੰਘ ਹਿਤ ਸੈਂਡ ਵਿਚਰਤ ਹੀਰਤ ਇਤੁਤ ਗੈਂਡ। ਉਸੇ ਤਰ੍ਹਾਂ ਆਪਣੇ ਸਿਪਾਹੀਆਂ ਦੇ ਨਾਲ ਸਾਥੀਆਂ ਦੇ ਨਾਲ ਸ਼ਿਕਾਰ ਖੇਡਣ ਜਾਂਦਾ ਘੋੜੇ ਤੇ ਚੜ੍ਹ ਕੇ। ਇਸ ਮਾਤਾ ਕੀ ਲਖ ਸਭ ਕਹੈ ਬੰਧਨ ਕਰਤ ਰਹੋ ਚਿਤ ਚਹੈ। ਔਰ ਮਾਤਾ ਜੀ ਦਾ ਗੁੱਸਾ ਦੇਖ ਕਰਕੇ ਸਾਰੇ ਕਹਿੰਦੇ ਹਨ ਅਜੀਤ ਸਿੰਘ ਤੂੰ ਮਾਂ ਨੂੰ ਮਨਾ ਲੈ, ਮੱਥਾ ਟੇਕਿਆ ਕਰ, ਮਿਲਿਆ ਕਰ ਪਿਆਰ ਨਾਲ। ਲੋਕਨ ਕੇ ਕਹੇ ਕਹਾਏ ਮਸਤਕ ਟੇਕਤ ਹੈ ਡਿਗ ਜਾਏ। ਇਹ ਉਹ ਲੋਕਾਂ ਦੇ ਕਹੇ ਕਹਾਏ ਇਹ ਮਾਂ ਨੂੰ ਮੱਥਾ ਟੇਕ ਦਿੰਦਾ ਹੈ, ਗੱਲਬਾਤ ਥੋੜੀ ਬਹੁਤੀ ਕਰ ਲੈਂਦਾ ਪਰ ਦਿਲ ਦੇ ਵਿੱਚ ਤੇੜ ਆ ਗਈ ਹੈ। ਇਸ ਤਰ੍ਹਾਂ ਸਮਾਂ ਬਤੀਤ ਹੁੰਦਾ ਗਿਆ ਦੋਹਰਾ। ਤਕ ਦਿਨ ਬੀਤੇ ਜਬ ਹੈ ਪਰ ਜਵਾਨੀ ਕਰਬਾਏ। ਔਰ ਸਮਾਂ ਬਤੀਤ ਹੁੰਦਾ ਗਿਆ, ਜਿਵੇਂ ਜਿਵੇਂ ਜਵਾਨ ਹੋਇਆ ਨਾਲ ਨਾਲ ਹੰਕਾਰ ਵੀ ਜਵਾਨ ਹੋ ਗਿਆ। ਚੜੀ ਤੁਰੰਗਮ ਸੈਨ ਹਿਤ ਸ਼ਾਸਤਰ ਸੋ ਬਸਤਰ ਸਜਾਏ। ਔਰ ਉਸੇ ਤਰ੍ਹਾਂ ਘੋੜੇ ਤੇ ਚੜ੍ਹ ਕੇ ਸ਼ਹਿਰ ਸਪਾਟਾ ਕਰਨ ਜਾਂਦਾ, ਜੰਗਲਾਂ ਵੱਲ ਜਾਂਦਾ, ਸ਼ਿਕਾਰ ਖੇਡਣ ਜਾਂਦਾ ਨਾਲ ਸਿਪਾਹੀ ਲੈ ਕੇ। ਗੁਰੂ ਪਿਆਰੋ ਫਿਰ ਇਸ ਤਰ੍ਹਾਂ ਇਸ ਦੀ ਇੱਕ ਦਿਨ ਮੌਤ ਹੋ ਜਾਂਦੀ ਹੈ। ਜੰਗਲ ਦੇ ਵਿੱਚ ਕਿਵੇਂ ਹੁੰਦੀ ਹੈ ਇਹ ਵਿਚਾਰਾ ਆਪਾਂ ਫਿਰ ਸਰਵਣ ਕਰਾਂਗੇ। ਵਿਚਾਰਾ ਇੱਥੇ ਰੋਕਣ ਦੀ ਆਗਿਆ ਬਖਸ਼ੋ, ਸਮਾਂ ਸਮਾਪਤੀ ਤੇ ਆ। ਬੋਲਦਿਆਂ ਨੇਕਾਂ ਅੱਖਰ ਬਾਅਦ ਘੱਟ ਹੋ ਜਾਂਦੇ, ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਹੇ ਅਚੁੱਤ ਹੇ ਪਾਰ ਬ੍ਰਹਮ ਅਵਿਨਾਸੀ ਅਗਨਾਸ। ਹੇ ਪੂਰਨ ਹੇ ਸਰਬ ਮੈਂ ਪੰਜਨ ਗੁਣਤਾਸ। ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ। ਹੇ ਗੋਬਿੰਦ ਹੇ ਗੁਣ ਨਿਧਾਨ ਸਦਾ ਬਵੇਕ। ਹੇ ਅਪਰੰਪਰ ਹਰ ਹਰੇ ਹੋ ਬਨਹਾਰ। ਹੇ ਸੰਤ ਕੈ ਸਦਾ ਸੰਗ ਤਾਰਾ ਆਧਾਰ। ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ। ਨਾਨਕ ਦੀਜੈ ਨਾਮ ਦਾਨ ਰਾਖੋਹੀਏ ਪਰੋਏ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਏਕ ਓੰਕਾਰਾ ਸਤਿਗੁਰੂ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ।